ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਸਵਾਗਤ ਹੈ। ਪੰਜਾਬੀ ਬੋਲੀ ਵਿਰਸਾ ਸੱਭਿਆਚਾਰ ਜਿਸ ਦੇ ਆਸਰੇ ਅਸੀਂ ਸੰਸਾਰ ਭਰ ਦੇ ਵਿੱਚ ਮਕਬੂਲ ਹਾਂ, ਆਪਣਾ ਅਥਾਹ ਸਥਾਨ ਬਣਾਇਆ ਹੈ। ਪੰਜਾਬੀ ਬੋਲੀ ਅੱਜ ਵਿਸ਼ਵ ਦੇ ਵਿੱਚ ਪ੍ਰਮੁੱਖ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਚੋਂ ਇੱਕ ਹੈ। ਕੈਨੇਡਾ, ਇੰਗਲੈਂਡ ਜਾਂ ਵਿਦੇਸ਼ਾਂ ਦੀ ਵੀ ਗੱਲ ਕਰੀਏ, ਪੰਜਾਬੀ ਬੋਲੀ ਦਾ ਬੋਲਬਾਲਾ ਹੈ। ਕਾਰਨ ਇਹ ਹੈ ਕਿ ਪੰਜਾਬੀ ਬੋਲੀ ਦੇ ਸਪੂਤ ਸੁਚੇਤ ਨੇ। ਹਾਲਾਂਕਿ ਅਜੇ ਬਹੁਤ ਕੁਝ ਹੋਣਾ ਬਾਕੀ ਹੈ, ਪਰ ਇਸ ਦੇ ਬਾਵਜੂਦ ਜੇ ਪੰਜਾਬੀ ਡਾਇਸਪੋਰਾ ਨਿਗਾਹ ਮਾਰੀਏ ਤਾਂ ਉਹਨਾਂ ਦੇ ਵਿੱਚ ਪੰਜਾਬੀ ਬੋਲੀ ਦੀ ਜੋ ਪ੍ਰਸਿੱਧੀ ਹੈ, ਮਕਬੂਲੀਅਤ ਹੈ, ਬਹੁਤ ਜ਼ਿਆਦਾ ਹੈ। ਪਰ ਇਸ ਸਮੇਂ ਇੱਕ ਦੁਖਦਾਇਕ ਘਟਨਾ ਜਿਹੜੀ ਕਿ ਵਾਪਰੀ ਹੈ, ਜਿਸ ਨੂੰ ਲੈ ਕੇ ਅੱਜ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ, ਉਹ ਜੰਮੂ ਕਸ਼ਮੀਰ ਵਿੱਚ, ਜਿੱਥੇ ਕਿ ਪਹਿਲਾਂ ਧਾਰਾ 370B ਜਿਸ ਨੂੰ ਤੋੜ ਕੇ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਵੰਡਿਆ ਗਿਆ ਜਾਂ ਇਹਨਾਂ ਨੂੰ ਜਿਸ ਤਰ੍ਹਾਂ ਦੇ ਲੰਗੜੇ ਰਾਜ ਬਣਾ ਦਿੱਤਾ ਗਿਆ, ਉਸ ਤੋਂ ਬਾਅਦ 2020 ਭਾਸ਼ਾਈ ਫਾਰਮੂਲਾ ਜਿਹੜਾ ਲਾਗੂ ਕੀਤਾ ਗਿਆ। 5 ਭਾਸ਼ਾਵਾਂ ਰਾਜ ਦੇ ਵਿੱਚ ਰਾਜ ਭਾਸ਼ਾਈ ਤੌਰ ਤੇ ਰੱਖੀਆਂ ਗਈਆਂ, ਪਰ ਇਹਨਾਂ ਭਾਸ਼ਾਵਾਂ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਦਾ ਥਾਂ ਨਹੀਂ ਹੈ, ਜੋ ਕਿ ਹੁਣ ਤੱਕ ਇਸ ਦਾ ਥਾਂ ਸੀ, ਇਸ ਦੀ ਜਗ੍ਹਾ ਸੀ। ਅਸੀਂ ਜਦੋਂ ਪੰਜਾਬੀ ਦੀ ਗੱਲਬਾਤ ਕਰਦੇ ਹਾਂ ਤਾਂ ਸਾਡੇ ਸਾਹਮਣੇ ਹੈ ਕਿ ਇਹ ਜੰਮੂ ਕਸ਼ਮੀਰ ਦਾ ਉਹ ਹਿੱਸਾ ਜਿਹੜਾ ਕਿ ਕਿਸੇ ਸਮੇਂ ਖਾਲਸਾ ਰਾਜ ਦਾ ਵੀ ਹਿੱਸਾ ਰਿਹਾ ਤੇ 1947 ਤੋਂ ਬਾਅਦ ਲਗਾਤਾਰ ਪੰਜਾਬੀ ਜਿਹੜੀ ਹੈ ਬੋਲੀਆਂ ਜਾਣ ਵਾਲੀਆਂ ਪ੍ਰਮੁੱਖ ਭਾਸ਼ਾਵਾਂ ਚੋਂ ਹੈ। ਬੇਸ਼ੱਕ ਇਸ ਤੋਂ ਪਹਿਲਾਂ ਹਰਿਆਣਾ ਜਿਹੜਾ ਗੁਆਂਢੀ ਮੁਲਕ ਹੈ, ਉੱਥੇ ਵੀ ਪੰਜਾਬੀ ਜਿਹੜੀ ਕਿ ਦੂਜੀ ਭਾਸ਼ਾ ਸੀ, ਉਸ ਦਾ ਉਹ ਦਰਜਾ ਖੋਹ ਲਿਆ ਗਿਆ। ਇੱਕ ਬੜੀ ਅਫਸੋਸਨਾਕ ਤੇ ਘਟਨਾਕ੍ਰਮ ਜਿਹੜਾ ਮੰਦਭਾਗਾ ਹੈ। ਕੇਂਦਰ ਦੇ ਵਿੱਚ BJP, ਜਿਸ ਦਾ ਅਲਾਇੰਸ ਪੰਜਾਬ ਦੇ ਵਿੱਚ ਅਕਾਲੀ ਦਲ ਜਾਂ ਪੰਜਾਬੀ ਨੂੰ ਆਪਣੀ ਮਾਂ ਬੋਲੀ ਦਾ ਸਤਿਕਾਰ ਦਿਵਾਉਣ ਦਾ ਦਾਅਵਾ ਤੇ ਪ੍ਰਮੁੱਖ ਲੰਬੇਦਾਰ ਹੋਣ ਵਾਲੀਆਂ ਇਹ ਜਿਹੜੀਆਂ ਜਥੇਬੰਦੀਆਂ ਇਹਨਾਂ ਦੇ ਆਗੂ ਕਰ ਰਹੇ ਨੇ, ਪਰ ਅਫਸੋਸ ਕਿ ਇਸ ਮਾਮਲੇ ਦੇ ਵਿੱਚ ਪੰਜਾਬੀ ਨਾਲ ਹੀ ਕੇਂਦਰ ਧੱਕਾ ਕਰ ਰਿਹਾ ਹੈ। ਜਿਹੜੀਆਂ ਭਾਸ਼ਾਵਾਂ ਨੂੰ ਦਰਜਾ ਦਿੱਤਾ ਗਿਆ ਉਹ ਉਰਦੂ, ਕਸ਼ਮੀਰੀ, ਹਿੰਦੀ, ਡੋਗਰੀ ਅਤੇ ਅੰਗਰੇਜ਼ੀ, ਇਹ 5 ਭਾਸ਼ਾਵਾਂ ਨੇ। ਅੰਗਰੇਜ਼ੀ ਨੂੰ ਰੱਖਿਆ ਜਾ ਸਕਦਾ ਹੈ, ਹਿੰਦੀ ਨੂੰ ਰੱਖਿਆ ਜਾ ਸਕਦਾ ਹੈ, ਡੋਗਰੀ ਨੂੰ ਰੱਖਿਆ ਜਾ ਸਕਦਾ ਹੈ, ਉਰਦੂ ਤੇ ਇਸੇ ਤਰ੍ਹਾਂ ਕਸ਼ਮੀਰੀ। ਠੀਕ ਹੈ, ਜਿਹੜੀਆਂ ਭਾਸ਼ਾਵਾਂ ਵੀ ਰੱਖਣੀਆਂ ਨੇ, ਪਰ ਪੰਜਾਬੀ ਨੂੰ ਬਾਹਰ ਕਿਉਂ ਕੱਢਿਆ ਗਿਆ? ਇਸ ਨੂੰ ਲੈ ਕੇ ਪ੍ਰੋਟੈਸਟ ਹੋ ਰਹੇ ਨੇ, ਰੋਸ ਵਿਖਾਵੇ ਹੋ ਰਹੇ ਨੇ। ਲਗਾਤਾਰ ਉਸ ਦਾ ਜਿਹੜਾ ਇਸ ਵੇਲੇ ਮਾਹੌਲ ਜਿਹੜਾ ਕਾਫੀ ਗਰਮਾਇਆ ਹੋਇਆ। ਬੇਸ਼ੱਕ ਇਹਨਾਂ ਦਿਨਾਂ 'ਚ ਪਾਸ਼ ਜਿਹੜੇ ਪ੍ਰਸਿੱਧ ਪੰਜਾਬੀ ਕਵੀ ਉਸ ਦੇ ਜਨਮ ਦਿਨ ਦੇ ਮੁਤਲਕ ਵੀ ਵਿਚਾਰਾਂ ਚੱਲ ਰਹੀਆਂ ਨੇ, ਪਰ ਉਸ ਦੇ ਨਾਲ ਹੀ ਜਦੋਂ ਅਸੀਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਕੁੱਲ ਪੰਜਾਬੀ ਮਾਂ ਬੋਲੀ ਦੇ ਸਪੂਤਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ 'ਚ ਦੇਸ਼ ਵਿਦੇਸ਼ ਦੇ ਵਿੱਚ ਸਾਹਿਤਕਾਰ, ਲੇਖਕ, ਚਿੰਤਕ, ਬੁੱਧੀਜੀਵੀ ਉਹ ਸਾਰੇ ਬੈਠੇ ਨੇ, ਅੱਜ ਫਰਜ਼ ਇਹ ਬਣਦਾ ਹੈ ਕਿ ਜੇਕਰ ਅੱਜ ਪੰਜਾਬੀ ਨੂੰ ਸੰਸਾਰ ਪੱਧਰ ਤੇ ਅਸੀਂ ਉੱਚਾ ਦਰਜਾ ਦਿਵਾਉਣਾ ਤਾਂ ਪਹਿਲਾਂ ਉਸ ਮੁਲਕ ਦੇ ਵਿੱਚ ਉਸ ਦਾ ਬਣਦਾ ਥਾਂ ਬਣੇ ਜਿਸ ਦੀ ਆਜ਼ਾਦੀ ਦੇ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਸ਼ਹਾਦਤਾਂ ਦਿੱਤੀਆਂ, ਆਪਣੀ ਜਾਨ ਤਲੀ ਤੇ ਧਰ ਕੇ ਜਿਹੜਾ ਸੰਘਰਸ਼ ਕੀਤਾ। ਅੱਜ ਉਸੇ ਪੰਜਾਬੀ ਨਾਲ ਇਹ ਧਰੋਹ ਕਮਾਇਆ ਜਾ ਰਿਹਾ ਹੈ। ਇਸ ਦੇ ਕੀ ਕਾਰਨ ਨੇ, ਕੀ ਪੱਖ ਨੇ, ਕੀ ਇਸ ਦੇ ਪ੍ਰਮੁੱਖ ਜਿਹੜੇ ਨੁਕਤੇ ਨੇ, ਇਹਨਾਂ ਸਾਰਿਆਂ ਨੂੰ ਵਿਚਾਰਨ ਦੇ ਲਈ ਸਟੂਡੀਓ 'ਚ ਵਿਸ਼ੇਸ਼ ਗੱਲਬਾਤ ਲਈ ਸਾਡੇ ਮਹਿਮਾਨ ਨੇ ਗੁਰਪ੍ਰੀਤ ਸਿੰਘ ਜੀ, ਜਿਨ੍ਹਾਂ ਨੂੰ ਅੱਜ ਦੀ ਗੱਲਬਾਤ 'ਚ ਸ਼ਾਮਲ ਕਰਦੇ ਹਾਂ। ਜੀ ਆਇਆਂ ਨੂੰ। ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਤੁਹਾਨੂੰ, ਤੁਹਾਡੇ ਦਰਸ਼ਕਾਂ ਨੂੰ, ਸਾਰਿਆਂ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ। ਅੱਜ ਪਾਸ਼ ਦਾ 70ਵਾਂ ਜਨਮ ਦਿਨ ਹੈ ਜੀ। ਇਨਕਲਾਬੀ ਪੰਜਾਬੀ ਕਵੀ ਪਾਸ਼ ਜਿਸ ਨੇ ਪੰਜਾਬੀ ਦਾ ਝੰਡਾ ਬੁਲੰਦ ਕੀਤਾ, ਅਸੀਂ ਉਸ ਨੂੰ ਯਾਦ ਕਰਦੇ ਹਾਂ। ਇਸ ਮੁਬਾਰਕ ਮੌਕੇ 'ਤੇ ਜਿੱਥੇ ਅਸੀਂ ਉਹਨੂੰ ਯਾਦ ਕਰਦੇ ਹਾਂ, ਜਿਹੜੀਆਂ ਚੁਣੌਤੀਆਂ ਪੰਜਾਬੀ ਨੂੰ ਦਰਪੇਸ਼ ਆ ਰਹੀਆਂ, ਉਸ 'ਤੇ ਵੀ ਅਸੀਂ ਗੱਲ ਕਰਾਂਗੇ। ਬਹੁਤ ਵੱਡੀ ਗੱਲ ਹੈ ਗੁਰਪ੍ਰੀਤ ਸਿੰਘ ਜੀ, ਜਦੋਂ ਅਸੀਂ ਇਤਿਹਾਸ ਨੂੰ ਦੇਖਦੇ ਹਾਂ ਤੇ ਵਰਤਮਾਨ ਨੂੰ ਦੇਖਦੇ ਹਾਂ, ਪੰਜਾਬੀ ਸਾਹਿਤ ਦੇ ਨਾਲ ਆਪਣਾ ਨਾਮ ਮਕਬੂਲ ਕਰਕੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ, ਵਿਰਸੇ ਤੇ ਪੰਜਾਬੀ ਡਾਇਸਪੋਰਾ ਨੂੰ ਅਸੀਂ ਸੰਸਾਰ ਪੱਧਰ ਤੇ ਜਿੱਥੇ ਦੇਖਦੇ ਹਾਂ, ਇਹਨਾਂ ਸਾਰੇ ਪਹਿਲੂਆਂ ਨੂੰ, ਉਸ ਦੇ ਵਿੱਚ ਸਾਡਾ ਬੁਨਿਆਦੀ ਤੌਰ ਤੇ ਆਪਣੀ ਧਰਤੀ ਤੇ ਪੰਜਾਬੀ ਦੀ ਜੋ ਹਾਲਤ ਹੈ ਉਸ ਦੇ ਬਾਰੇ ਗੱਲਬਾਤ ਕਰਨੀ ਵੀ ਬੜੀ ਜ਼ਰੂਰੀ ਹੈ। ਸੋ ਜੋ ਤਾਜ਼ਾ ਘਟਨਾਕ੍ਰਮ ਹੈ, ਜਿਸ ਨੂੰ ਜੰਮੂ ਕਸ਼ਮੀਰ ਦੇ ਵਿੱਚ 5 ਫਾਰਮੂਲਾ ਜਿਹੜਾ ਭਾਸ਼ਾਵਾਂ ਦਾ ਸੀ, ਪੰਜਾਬੀ ਨੂੰ ਉਸ 'ਚੋਂ ਬਾਹਰ ਕੱਢਿਆ ਗਿਆ, ਥੋੜ੍ਹਾ ਜਿਹਾ ਉਸ ਦੇ ਸਬੰਧ ਦੇ ਵਿੱਚ ਉਸ ਦਾ ਪਿਛੋਕੜ ਜੇ ਮੌਜੂਦਾ ਘਟਨਾਵਾਂ ਦੇ ਵਿੱਚ ਉਸ ਨੂੰ ਦੇਖਦੇ ਹਾਂ, ਉਸ ਦਾ ਰਾਜਨੀਤੀਕਰਨ ਜਿਹੜਾ ਹੋ ਰਿਹਾ ਹੈ ਜਾਂ ਜਿਸ ਕਿਸਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਜਾਂ ਇੱਕ ਭਾਸ਼ਾ ਤੇ ਇੱਕ ਰਾਸ਼ਟਰ, ਇਸ ਤਰ੍ਹਾਂ ਦਾ ਨਾਅਰਾ ਲਾਇਆ ਜਾ ਰਿਹਾ। ਅੱਗੇ ਵੀ ਪੰਜਾਬੀ ਦੇ ਇੱਕ ਗਾਇਕ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਵੀ ਇਸ ਦਾ ਬਹੁਤ ਹੋ ਹੱਲਾ ਮਚਾਇਆ, ਜਿਸ ਦੇ ਵਿੱਚ ਗੁਰਦਾਸ ਮਾਨ ਦਾ ਜਦੋਂ ਵੀ ਜ਼ਿਕਰ ਕਰਦੇ ਆ, ਉਹਨੇ ਮਾਂ ਬਾਸੀ ਦਾ ਇੱਕ ਨਵਾਂ ਹੀ ਜਿਹੜਾ ਡਿਸਕੋਰਸ ਸ਼ੁਰੂ ਕੀਤਾ। ਉਸ ਤੋਂ ਬਾਅਦ ਲੋਕ ਬੜੇ ਅਜੀਬ ਗਰੀਬ ਸਥਿਤੀ 'ਚ ਪਏ ਕਿ ਇਹ ਮਾਂ ਤੇ ਮਾਸੀ ਦਾ ਰਿਸ਼ਤਾ ਕਿਸ ਤਰ੍ਹਾਂ ਕਾਇਮ ਕੀਤਾ। ਉਸ ਤੋਂ ਮਗਰੋਂ ਲਗਾਤਾਰ ਹੁਣ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਇੱਕ ਉਸੇ ਹੀ ਸਾਜ਼ਿਸ਼ ਜਾਂ ਉਸੇ ਹੀ ਚਾਲ ਦਾ ਹਿੱਸਾ ਸੀ ਜਿਹੜਾ ਹੁਣ ਤੱਕ ਲਗਾਤਾਰ ਜਾਰੀ ਹੈ। ਪਹਿਲੀ ਗੱਲ ਤਾਂ ਕਿ ਜਿਹੜਾ ਕੇਂਦਰ ਨੇ ਜੋ ਕੀਤਾ ਕਸ਼ਮੀਰ ਦੇ ਨਾਲ ਜੀ,
ਉਹ ਕੋਈ ਜੇ ਭਾਸ਼ਾ ਨੂੰ ਇੱਕ ਪਾਸੇ ਛੱਡ ਦਈਏ, ਜੋ ਪਿਛਲਾ 1 ਸਾਲ ਤੋਂ ਅਸੀਂ ਵੇਖ ਰਹੇ ਹਾਂ, ਸਾਲ ਪਹਿਲਾਂ ਕਸ਼ਮੀਰ ਦੀ ਧਾਰਾ 370 ਤੋੜੀ ਗਈ, ਕਸ਼ਮੀਰ ਦੇ ਜਿਹੜੇ ਵਿਸ਼ੇਸ਼ ਅਧਿਕਾਰ ਸੀ ਖੋਲ੍ਹੇ ਗਏ, ਕਸ਼ਮੀਰ ਨੂੰ ਖੁੱਲ੍ਹੀ ਜੇਲ੍ਹ ਬਣਾ ਦਿੱਤਾ ਗਿਆ। ਇਸ ਜਾਤੀ ਵਿੱਚ ਅਕਾਲੀ ਦਲ ਉਹਨਾਂ ਦੇ ਨਾਲ ਖੜਾ ਹੋਇਆ। ਅੱਜ ਜਿਹੜੇ ਅਕਾਲੀ ਦਲ ਦੇ ਮੂੰਹ ਹੁਣ ਖੁੱਲ੍ਹ ਹੀ ਰਹੇ, ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਕੀਤਾ ਜਾਵੇ। ਠੀਕ ਹੈ, ਇੱਕ ਚਾਲੂ ਜਿਹਾ ਬਿਆਨ ਦੇ ਕੇ ਨਿਖੇਧੀ ਕਰ ਦਿੱਤੀ ਹੈ ਜਾਂ ਮੰਗ ਕਰ ਲਈ ਕਿ ਪੰਜਾਬੀ ਜ਼ੁਬਾਨ ਨੂੰ ਬਣਦਾ ਸਥਾਨ ਦਿਵਾਇਆ ਜਾਵੇ, ਪਰ ਜਦੋਂ ਕਸ਼ਮੀਰੀਆਂ ਦੇ ਹੱਕ ਇਸ ਸਰਕਾਰ ਨੇ ਪਿਛਲੇ ਸਾਲ ਖੋਏ ਸੀਗੇ, ਉਦੋਂ ਅਕਾਲੀ ਦਲ ਵਾਲੇ ਇਹਨਾਂ ਦੇ ਨਾਲ ਮੋਢਾ ਲਾ ਕੇ ਖੜੇ ਹੋਏ। ਉਹ ਪਾਰਟੀ ਜਿਹੜੀ ਆਪਣੇ ਸੂਬੇ ਵਿੱਚ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੀ ਪਾਰਟੀ ਸੀ, ਇਸ ਪਾਰਟੀ ਨੇ ਪੰਜਾਬੀ ਸੂਬੇ ਦੇ ਲਈ ਮੋਰਚਾ ਲਾਇਆ। ਸੋ ਅੱਜ ਇਸ ਪਾਰਟੀ ਜਿਹੜੀ ਹੈ ਉਸੇ ਇੱਕ ਜਿਹਨੂੰ ਕਹਿੰਦੇ ਕਸੂਤੀ ਸਥਿਤੀ 'ਚ ਫਸ ਗਈ ਹੈ, ਜਿਸ ਦੇ ਲਈ ਖੁਦ ਕਸੂਰਵਾਰ ਨੇ। ਪਹਿਲੀ ਗੱਲ ਇਹ ਕਿ ਤੁਸੀਂ ਭਾਈਵਾਲੀ ਪਾਈ ਅਜਿਹੀ ਪਾਰਟੀ ਨਾਲ ਜਿਹੜੀ ਹਿੰਦੁਸਤਾਨ ਦੀ ਗੱਲ ਕਰਦੀ ਹੋਵੇ, ਜਿਹੜੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਹੱਕ 'ਚ ਨਹੀਂ, ਇੱਕ ਮਜ਼ਬੂਤ ਕੇਂਦਰ ਦੀ ਗੱਲ ਕਰਦੀ ਹੋਵੇ, ਉਹ ਪਾਰਟੀ ਤੁਹਾਡੀ ਭਾਈਵਾਲ ਹੈ। ਕਸ਼ਮੀਰ 'ਤੇ ਉਹਨਾਂ ਨੇ ਪਿਛਲੇ ਸਾਲ ਵੱਡਾ ਹਮਲਾ ਕੀਤਾ, ਤੁਸੀਂ ਚੁੱਪ ਰਹੇ, ਖਾਮੋਸ਼ ਰਹੇ, ਸਾਥ ਦਿੱਤਾ ਉਹਨਾਂ ਦਾ। ਹੁਣ ਤੁਹਾਨੂੰ ਬਿਨਾਂ ਪੁੱਛਿਆਂ ਐਡਾ ਵੱਡਾ ਫੈਸਲਾ ਲੈ ਲਿਆ ਗਿਆ। ਉੱਥੇ ਵੀ ਜਿਹੜੇ ਪੰਜਾਬੀ ਬੋਲਦੇ ਇਲਾਕੇ ਨੇ, ਸਿੱਖ ਕਈ ਇਲਾਕਿਆਂ 'ਚ ਸੰਘਣੀ ਵਸੋਂ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਨੂੰ ਦਰਕਿਨਾਰ ਕਰਕੇ ਫੈਸਲਾ ਲਿਆ ਗਿਆ, ਜਿਹੜਾ ਅਤਿਨੰਦਨਯੋਗ ਸੀ। ਦੇਖੋ, ਇੱਕ ਸੁਭਾਵਿਕ ਜੀ ਗੱਲ ਆ, ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿਹੜਾ 4 ਪਾਸਿਆਂ ਤੋਂ ਵੱਖਰੇ ਸੂਬਿਆਂ ਵੱਲੋਂ ਘਿਰਿਆ ਹੋਇਆ। ਜੰਮੂ ਕਸ਼ਮੀਰ ਇੱਕ ਪਾਸੇ ਆ, ਹਿਮਾਚਲ ਪ੍ਰਦੇਸ਼ ਇੱਕ ਪਾਸੇ ਆ, ਇਸੇ ਤਰੀਕੇ ਨਾਲ ਅਸੀਂ ਹਰਿਆਣਾ ਇੱਕ ਪਾਸੇ ਆ, ਅਤੇ ਫਿਰ ਰਾਜਸਥਾਨ ਇੱਕ ਪਾਸੇ ਆ। ਅਸੂਲੀ ਤੌਰ 'ਤੇ ਚਾਹੀਦਾ ਸੀਗਾ ਕਿ ਜਿਹੜੇ ਵੀ ਆਹ ਸੂਬੇ ਨੇ, ਜਿਹੜੇ ਪੰਜਾਬ ਨੂੰ ਜਿਨ੍ਹਾਂ ਨੇ ਘੇਰਿਆ ਹੋਇਆ, ਉੱਥੇ ਦੂਜੀ ਭਾਸ਼ਾ ਦਾ ਰਾਜ ਭਾਸ਼ਾ ਦਰਜਾ ਪੰਜਾਬੀ ਨੂੰ ਮਿਲਣਾ ਚਾਹੀਦਾ ਸੀਗਾ, ਨਹੀਂ ਤਾਂ ਘੱਟੋ ਘੱਟ ਤੀਜੀ ਦਾ ਜ਼ਰੂਰ ਮਿਲਣਾ ਚਾਹੀਦਾ ਸੀ। ਕਿਉਂਕਿ ਸੁਭਾਵਿਕ ਹੈ ਕਿ ਜਿਵੇਂ ਰਾਜਸਥਾਨ ਦੇ ਨਾਲ ਜਿਹੜਾ ਸਰਹੱਦੀ ਇਲਾਕਾ ਪੰਜਾਬ ਦੇ ਨਾਲ ਦਾ ਗੰਗਾਨਗਰ ਹੋਇਆ, ਹੋਰ ਇਲਾਕੇ ਹੋਏ, ਉੱਥੇ ਪੰਜਾਬੀ ਦਾ ਬੋਲਬਾਲਾ ਹੈ। ਹਰਿਆਣੇ 'ਚ ਵੀ ਇੱਦਾਂ ਹੀ ਕਹਾਣੀ ਹੈ। ਹਿਮਾਚਲ ਹਰਿਆਣਾ ਤੋਂ ਪਹਿਲਾਂ ਨਿਕਲੇ ਪੰਜਾਬ 'ਚੋਂ ਨੇ। ਬਿਲਕੁਲ ਸਹੀ। ਫਿਰ ਜੰਮੂ ਦਾ ਵੱਡਾ ਜਿਹੜਾ ਇਲਾਕਾ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ। ਸੋ ਇੱਕ ਸੁਭਾਵਿਕ ਤੌਰ 'ਤੇ ਇੱਕ ਜੇ ਅਸੀਂ ਕਹਿੰਦੇ ਕਿ ਵੀ ਭਾਰਤ ਗੁਲਦਸਤਾ ਆ, ਜੇ ਸੱਚਮੁੱਚ ਗੁਲਦਸਤਾ ਹੈ, ਤਾਂ ਜਿਹੜਾ ਵੀ ਕੋਈ ਸੂਬਾ ਉਹਦੇ ਆਲੇ ਦੁਆਲੇ ਜਿਹੜੇ ਸੂਬੇ ਐਗਜ਼ਿਸਟ ਕਰਦੇ ਆ, ਉਹਨਾਂ ਦੀਆਂ ਜ਼ੁਬਾਨਾਂ ਦੇ ਕਿੰਨੇ ਲੋਕ ਬੋਲਣ ਵਾਲੇ ਉੱਥੇ ਵੱਸਦੇ ਆ, ਉਹਨਾਂ ਦੀ ਇੱਛਾਵਾਂ ਦੀ ਪੂਰਤੀ ਕਰਦੇ ਹੋਏ ਉਹਨਾਂ ਭਾਸ਼ਾਵਾਂ ਨੂੰ ਬਣਦਾ ਦਰਜਾ ਮਿਲਣਾ ਚਾਹੀਦਾ। ਜਿਵੇਂ ਹੁਣ ਕਈ ਲੋਕ ਕੇਰਲਾ ਤੇ ਤਾਮਿਲਨਾਡੂ ਦੀ ਸਰਹੱਦ 'ਤੇ ਰਹਿੰਦੇ ਆ, ਦੋਨਾਂ ਪਾਸਿਆਂ ਦੇ, ਉਹਨਾਂ ਦੀਆਂ ਜ਼ੁਬਾਨਾਂ ਦਾ ਸਤਿਕਾਰ ਹੁੰਦਾ। ਸੋ ਇੱਕ ਸੁਭਾਵਿਕ ਜੀ ਗੱਲ ਆ। ਇਸ ਤਰ੍ਹਾਂ ਦਾ ਇੱਕ ਜਿਹੜਾ ਜਦੋਂ ਤੁਸੀਂ ਕੋਈ ਨੋਟੀਫਿਕੇਸ਼ਨ ਜਾਰੀ ਕਰਦੇ ਹੋ, ਇਹ ਤਾਂ ਇੱਕ ਮਤਲਬ ਕਾਮਨ ਸੈਂਸ ਦੀ ਗੱਲ ਹੈ ਕਿ ਇੱਦਾਂ ਹੀ ਹੋਣਾ ਚਾਹੀਦਾ। ਪਰ ਜਿਸ ਤਰੀਕੇ ਨਾਲ ਪੰਜਾਬੀ ਨੂੰ ਵਿੱਚੋਂ ਕੱਢਿਆ ਗਿਆ ਔਰ ਅੱਜ ਹੋ ਹੱਲਾ ਹੋ ਰਿਹਾ, ਔਰ ਅਕਾਲੀਆਂ ਦੇ ਉੱਤੇ ਲੋਕ ਜਿਹੜਾ ਆਸਾਂ ਲਾ ਕੇ ਬੈਠੇ ਨੇ, ਇਹ ਸਵਾਲ ਉਹਨਾਂ ਲਈ ਹੈ ਕਿ ਉਸ ਤੋਂ ਆਸ ਤੁਸੀਂ ਕਰਦੇ ਕੀ ਹੋ, ਜਿਨ੍ਹਾਂ ਨੇ ਭਾਈਵਾਲੀ ਇਹੋ ਜਿਹੇ ਲੋਕਾਂ ਨਾਲ ਪਾਈ ਹੋਈ ਹੈ, ਜਿਹੜੇ ਪਹਿਲੇ ਦਿਨ ਤੋਂ ਹੀ ਹਿੰਦੁਸਤਾਨ ਦੀ ਗੱਲ ਕਰਦੇ ਆ ਰਹੇ ਨੇ, ਰਾਜਾਂ ਤੋਂ ਵੱਧ ਅਧਿਕਾਰ ਖੋਹਣ ਦੀਆਂ ਗੱਲਾਂ ਕਰ ਰਹੇ ਨੇ। ਸੋ ਕਿਹੜੇ ਮੂੰਹ ਨਾਲ ਅੱਜ ਅਕਾਲੀ ਦਲ ਉਹਨਾਂ ਦਾ ਵਿਰੋਧ ਕਰੂਗਾ, ਇਹ ਗੱਲ ਸੋਚਣ ਵਾਲੀ ਹੈ। ਜਦੋਂ ਸਾਰਿਆਂ ਤੋਂ ਵੱਡੀ ਗੱਲ ਅਸੀਂ ਦੇਖਦੇ ਹਾਂ ਕਿ ਜਦੋਂ ਪੰਜਾਬੀ ਜ਼ੁਬਾਨ ਦਾ ਮੋਰਚਾ ਲੱਗਿਆ 1955 ਤੋਂ ਔਨਵਰਡ, ਜਿਸ ਦਾ ਆਰੰਭ ਉਸ ਥਾਂ ਤੋਂ ਹੋਇਆ ਜਿਹੜਾ ਸਾਡਾ ਮੁਕੱਦਸ ਸਥਾਨ ਦਰਬਾਰ ਸਾਹਿਬ ਹੈ। ਦਰਬਾਰ ਸਾਹਿਬ ਉਸ ਵੇਲੇ ਦੀ ਜਿਹੜੀ ਫਾਸ਼ੀਵਾਦੀ ਸਰਕਾਰ ਸੀ, ਉਸ ਨੇ ਹਮਲਾ ਵੀ ਕੀਤਾ, ਗੋਲੀਆਂ ਵੀ ਚਲਾਈਆਂ, ਉੱਥੇ ਗ੍ਰਿਫਤਾਰੀਆਂ ਹੋਈਆਂ। ਉਹ ਪੰਜਾਬੀ ਸੂਬੇ ਦੇ ਮੋਰਚੇ ਵਾਲੇ ਲੋਕ ਸਨ, ਜਿਨ੍ਹਾਂ 'ਚ ਅਕਾਲੀ ਦਲ ਜਿਹੜਾ ਕਿ 1920 ਦੇ ਵਿੱਚ 100 ਸਾਲ ਪਹਿਲਾਂ ਗਠਿਤ ਹੋਇਆ। ਉਸ ਦਾ ਇੱਕ ਮੂਲ ਆਧਾਰ ਆਪਣੀ ਜ਼ੁਬਾਨ ਜਿਹੜੀ ਹੈ ਪੰਜਾਬੀ ਬੋਲੀ, ਉਸ ਨੂੰ ਬਚਾਉਣ ਦੇ ਵਾਸਤੇ ਸੀ। ਅਤੇ ਉਹ ਪਹਿਲਾ ਇੱਕ ਕਦਮ ਸੀ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਵੀ ਕੀਤਾ ਗਿਆ 1955 ਦੇ ਵਿੱਚ। ਉਸ ਤੋਂ ਮਗਰੋਂ 1966 ਦੇ ਵਿੱਚ ਜਦੋਂ ਇਹ ਐਕਟ ਬਣਿਆ ਪੰਜਾਬੀ ਦਾ, ਉਸ ਸਮੇਂ ਤੱਕ ਜਿਹੜਾ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਜਾਂ ਪੰਜਾਬੀ ਦੇ ਨਾਂ 'ਤੇ ਸੂਬਾ ਬਣਾਉਣ ਲਈ ਸਭ ਤੋਂ ਵੱਧ ਜਿਹੜੇ ਕੁਰਬਾਨੀਆਂ ਦੀ ਦਾਸਤਾਨ ਰਹੀ, ਉਸ ਦੇ ਵਿੱਚ ਮੋਹਰੀ ਅਕਾਲੀ ਦਲ ਦੀ ਭੂਮਿਕਾ ਰਹੀ। ਪਰ ਅੱਜ ਉਹੀ ਜਿਹੜੀ ਸੰਸਥਾ, ਉਹੀ ਪਾਰਟੀ ਜਦੋਂ ਕੇਂਦਰ ਦੇ ਵਿੱਚ ਬੀਜੇਪੀ ਨਾਲ ਅਲਾਇੰਸ ਹੈ, ਕਿ ਇਸ ਵੇਲੇ ਜਦੋਂ ਐਡਾ ਵੱਡਾ ਜਿਹੜਾ ਪੰਜਾਬੀ ਦੇ ਖਿਲਾਫ ਇਹ ਫੈਸਲਾ ਲਿਆ ਗਿਆ, ਪਹਿਲਾਂ ਹਰਿਆਣੇ ਦੇ ਵਿੱਚ ਜਿੱਥੇ ਕਿ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਜਿਹੜਾ ਦਿੱਤਾ ਗਿਆ ਸੀ, ਉਸ ਤੋਂ ਖੋਇਆ ਗਿਆ, ਹੁਣ ਜੰਮੂ ਕਸ਼ਮੀਰ ਦੇ ਵਿੱਚ ਐਡਾ ਕੁਝ ਕੀਤਾ ਗਿਆ। ਸੋ ਇਸ ਦਾ ਕੀ ਅਸੀਂ ਇਹਨੂੰ ਸਹਿਜ ਦੇ ਵਿੱਚ ਲੈ ਸਕਦੇ ਹਾਂ ਕਿ ਬਗੈਰ ਪੁੱਛੇ ਫੈਸਲੇ ਲੈ ਲਏ ਗਏ, ਜਦ ਕਿ ਜਿਹੜੀਆਂ ਕੋਰ ਕਮੇਟੀਜ਼ ਦੀਆਂ ਮੀਟਿੰਗਸ ਹੁੰਦੀਆਂ, ਉੱਥੇ ਜੇ ਕਿਸੇ ਪਾਰਟੀ ਜਿਹੜੀ ਸੰਬੰਧਿਤ ਭਾਈਚਾਰਕ ਪਾਰਟੀ ਹੈ, ਜਿਸ ਦੇ ਨਾਲ ਤੁਹਾਡਾ ਰਿਸ਼ਤਾ ਬਣਿਆ, ਜੇ ਉਸ ਨੂੰ ਨਹੀਂ ਪੁੱਛਿਆ ਜਾਂਦਾ ਤਾਂ ਉਸ ਦਾ ਉਹ ਵਿਰੋਧ ਵੀ ਕਰਦੀ ਹੈ, ਅਤੇ ਕਈ ਵਾਰ ਉਸ ਤੋਂ ਵੱਖ ਹੋਣ ਦੇ ਵਾਸਤੇ ਵੀ ਫੈਸਲਾ ਲੈ ਲੈਂਦੀ ਹੈ। ਅਫਸੋਸ ਦੀ ਗੱਲ ਇਹ ਗੁਰਵਿੰਦਰ ਸਿੰਘ ਜੀ ਕਿ ਜਿਹੜਾ ਅਕਾਲੀ ਅਤੇ ਬੀਜੇਪੀ ਦੇ ਲੀਡਰ ਇਹ ਤਾਂ ਸਟੇਜਾਂ ਨੂੰ ਖੜ ਕੇ ਬੋਲਦੇ ਰਹੇ ਕਿ ਸਾਡਾ 9 ਮਾਸ ਦਾ ਰਿਸ਼ਤਾ ਆ ਜੀ। ਇੱਕ ਤਾਂ ਇਹ ਪਹਿਲੇ ਆਪਣੇ ਆਪ 'ਚ ਇਤਰਾਜ਼ ਜੋ ਗੱਲ ਸੀਗੀ, 9 ਮਾਸ ਦੇ ਰਿਸ਼ਤੇ ਦਾ ਮਤਲਬ ਨਹੀਂ ਕੋਈ ਬਣਦਾ।
ਤੁਸੀਂ ਇਹ ਗੱਲ ਕਰੋ ਕਿ ਅਸੀਂ ਕਾਂਗਰਸ ਨਾਲ ਸਾਡਾ ਨਹੀਂ ਚੱਲ ਸਕਦਾ, ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਵੀ ਹੈ, ਕੁੱਟਿਆ ਵੀ ਹੈ, ਮੰਨਦੇ ਹਾਂ ਇਸ ਗੱਲ ਨੂੰ ਜੀ ਕਿ ਕਾਂਗਰਸ ਨਾਲ ਸਾਡਾ ਇੱਕ ਵਿਰੋਧ ਹੈ। ਅਸੀਂ ਕੇਂਦਰ 'ਚ ਸਾਨੂੰ ਕੋਈ ਭਾਈਵਾਲ ਚਾਹੀਦਾ ਸੀਗਾ, ਭਾਜਪਾ ਸਾਡੇ ਨਾਲ ਖੜੀ ਹੋਈ, ਪਰ ਫਿਰ ਅਸੂਲ ਇਹ ਬਣਦਾ ਕਿ ਤੁਸੀਂ ਕਾਮਨ ਮਿਨੀਮਮ ਪ੍ਰੋਮ ਦਿੰਦੇ ਹੋ ਕਿ ਇਹਨਾਂ ਮੁੱਦਿਆਂ 'ਤੇ ਅਸੀਂ ਇਕੱਠੇ ਹਾਂ, ਇਹਨਾਂ ਮੁੱਦਿਆਂ 'ਤੇ ਸਾਡੀ ਵਿਚਾਰਧਾਰਕ ਸਾਂਝ ਨਹੀਂ ਚੱਲ ਸਕਦੀ, ਨਹੀਂ ਬਣ ਸਕਦੀ। ਉਹ ਕਿਹੜੇ ਮੁੱਦੇ ਨੇ? ਰਾਜਾ ਨੂੰ ਮਦਦ ਅਧਿਕਾਰ, ਪੰਜਾਬੀ ਬੋਲੀ ਨੂੰ ਬਣਦਾ ਮਾਣ ਤਾਣ, ਸਿੱਖਾਂ ਦੀ ਜਿਹੜੀ ਆਡਰੀ ਪਛਾਣ, ਇਹ ਕੁਝ ਬੁਨਿਆਦੀ ਮੁੱਦੇ ਨੇ ਜਿਨ੍ਹਾਂ ਦੇ ਅਕਾਲੀਆਂ ਨੂੰ ਪਹਿਰਾ ਦੇਣਾ ਚਾਹੀਦਾ ਸੀਗਾ। ਪੈਰ ਤੇ ਉਹ ਸਾਰੇ ਮੁੱਦਿਆਂ 'ਤੇ ਫੇਲ ਹੋਏ ਆ। ਸਮਝਣ ਵਾਲੀ ਗੱਲ ਇਹ ਆ, ਸਮਝੌਤਾ ਕਰੋ, ਜਮ ਕਰੋ, ਪਰ ਸਮਝੌਤੇ ਦੀ ਕੋਈ ਸ਼ਰਤਾਂ ਵੀ ਹੁੰਦੀਆਂ। ਅਨਕੰਡੀਸ਼ਨਲ ਸਪੋਰਟ, ਇਹਦਾ ਕੀ ਮਤਲਬ ਹੋਇਆ ਗੱਲ ਦਾ? ਬਿਨਾਂ ਕਿਸੇ ਸ਼ਰਤ ਦੇ ਆਪਾਂ ਸਮਰਥਨ ਦੇ ਰਹੇ ਹਾਂ। ਹੁਣ ਬਾਦਲ ਸਾਹਿਬ ਦੀ ਨੂੰਹ ਰਾਣੀ ਕੇਂਦਰ 'ਚ ਮੰਤਰੀ ਹੈ, ਕਿੰਨੀਆਂ ਚੁਣੌਤੀਆਂ ਸਾਹਮਣੇ ਆ ਚੁੱਕੀਆਂ ਨੇ। ਕਸ਼ਮੀਰ ਦੇ ਮਸਲੇ 'ਤੇ ਤੁਹਾਡਾ ਕੀ ਸਟੈਂਡ ਹੈ, ਅਤੇ ਅਕਾਲੀਆਂ ਦਾ BJP ਦਾ ਕੀ ਸਟੈਂਡ ਹੈ, ਕੀ ਇਹ ਤੁਹਾਨੂੰ ਜਾ ਕੇ ਦੱਸਣਾ ਪਊਗਾ? ਅਯੋਧਿਆ ਦੇ ਮਸਲੇ 'ਚ ਕੀ ਹੋਇਆ, ਕਸ਼ਮੀਰ ਨਾਲ ਜੋ ਹੋਇਆ, ਤੁਹਾਡਾ ਕੀ ਸਟੈਂਡ ਸੀਗਾ? ਜਿਹੜੇ ਕਾਲੇ ਕਾਨੂੰਨ UAPA ਵਰਗੇ, ਉਹਦੇ 'ਤੇ ਤੁਹਾਡਾ ਕੀ ਸਟੈਂਡ ਹੈ? ਟਾਡਾ ਵੇਲੇ ਤੁਸੀਂ ਬੜੇ ਮੋਰਚੇ ਲਾਉਂਦੇ ਹੁੰਦੇ ਸੀਗੇ। ਸੋ ਇਹ ਗੱਲਾਂ ਅਕਾਲੀਆਂ ਨੂੰ ਇਸੇ ਜਵਾਬ ਦੇਣੇ ਪੈਣਗੇ। ਅਕਾਲੀਆਂ ਨੇ ਠੀਕ ਹੈ ਇੱਕ ਜਿਹੜਾ ਦੌਰ ਸੀ ਜਦੋਂ ਕਾਂਗਰਸੀਆਂ ਦਾ ਰਾਜ ਸੀਗਾ, ਪੰਜਾਬੀ ਜ਼ੁਬਾਨ ਦੇ ਆਧਾਰ 'ਤੇ ਸੂਬੇ ਨੂੰ ਨਹੀਂ ਸੀ ਬਣਾਇਆ ਜਾ ਰਿਹਾ, ਇਸ ਮੰਗ ਨੂੰ ਬਿਲਕੁਲ ਨਕਾਰ ਦਿੱਤਾ ਗਿਆ, ਪੰਜਾਬੀ ਸੂਬੇ ਦੇ ਨਾਅਰੇ 'ਤੇ ਪਾਬੰਦੀ ਲਾ ਦਿੱਤੀ ਗਈ। ਉਸ ਵਿਰੋਧ ਵਿੱਚੋਂ ਇਹ ਗੱਲ ਤੈਅ ਹੋ ਗਈ ਕਿ ਠੀਕ ਹੈ ਅਸੀਂ ਇੱਕ ਭਾਈਵਾਲ ਲੱਭਣਾ, ਪਰ ਤੁਸੀਂ ਅੱਖਾਂ ਮੀਚ ਕੇ ਸਪੋਰਟ ਕਰੀ ਜਾ ਰਹੇ ਹੋ ਉਸ ਭਾਈਵਾਲ ਦੀ। ਹਿੰਦੁਸਤਾਨ ਦੀ ਗੱਲ ਕੋਈ ਨਵੀਂ ਨਹੀਂ ਹੈ, ਕਦੋਂ ਦੀ ਚੱਲਦੀ ਆ ਰਹੀ ਹੈ। ਇੱਥੋਂ ਤੱਕ ਕਿ ਗੋਲਵਾਲਕਰ RSS ਦਾ ਚੋਟੀ ਦਾ ਆਗੂ, ਭਾਰਤੀ ਜਨਤਾ ਪਾਰਟੀ ਦੇ ਆਗੂ ਜਿਸ ਦੇ ਅੱਗੇ ਨਤਮਸਤਕ ਹੁੰਦੇ ਆ, ਉਹਨੇ ਆਪਣੀ ਕਿਤਾਬ 'ਚ ਸਪਸ਼ਟ ਤੌਰ 'ਤੇ ਪੰਜਾਬੀ ਸੂਬੇ ਦੀ ਮੂਵਮੈਂਟ ਨੂੰ ਵੱਖਵਾਦੀਆਂ ਦੀ ਮੂਵਮੈਂਟ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਤੋਂ ਇਹ ਸਿੱਧਤ ਹੈ। ਹਾਲਾਂਕਿ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਜਦੋਂ ਪਾਕਿਸਤਾਨ ਵੱਲੋਂ ਭਾਰਤ 'ਤੇ ਭੀੜ ਪਈ ਹੈ, ਸੰਤ ਫਤਿਹ ਸਿੰਘ ਨੇ ਆਪਣਾ ਮੋਰਚਾ ਵਾਪਸ ਲਿਆ। ਉਸ ਤੋਂ ਵੱਡਾ ਦੇਸ਼ ਭਗਤ ਕਿਹੜਾ ਹੋਊਗਾ? ਸੋ ਇਹ ਲੋਕ ਉਹ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਭਾਈਵਾਲੀ ਹੈ। ਪੰਜਾਬੀ ਜ਼ੁਬਾਨ ਦੇ ਕੁਛ ਨਹੀਂ ਲੱਗਦੇ, ਸਿੱਖਾਂ ਦੀ ਆਡਰੀ ਪਛਾਣ ਤੋਂ ਇਨਕਾਰੀ ਨੇ। ਤੁਹਾਨੂੰ ਤਾਂ ਉਹਨਾਂ ਨੇ ਹਰ ਮੌਕੇ 'ਤੇ ਵਰਤਿਆ, ਤੁਸੀਂ ਤਾਂ ਆਪਣਾ ਵਿਰੋਧ ਨਹੀਂ ਪ੍ਰਗਟਾ ਸਕੇ। ਕਾਮਨ ਮਿਨੀਮਮ ਪ੍ਰੋਗਰਾਮ ਦਾ ਇੱਕ ਧਰਮ ਹੁੰਦਾ, ਉਸ ਦੀ ਪਾਲਣਾ ਨਹੀਂ ਕਰ ਸਕੇ। ਅਨੇਕਾਂ ਮੌਕੇ ਆਏ ਸੀ, ਨੂੰਹ ਰਾਣੀ ਅਸਤੀਫਾ ਦੇ ਸਕਦੀ ਸੀਗੀ, ਉਹ ਨਹੀਂ ਹੋਇਆ। ਸੋ ਇਹ ਕਿਹੜੇ ਅਸੀਂ ਗੁਨਾਹ ਇਹਨਾਂ ਦੇ ਗਿਣਾਈਏ? ਸੋ ਇਕੱਲਾ ਇਹ ਮਸਲਾ ਨਹੀਂ ਕਿ ਜੰਮੂ ਤੋਂ ਵਿੱਚੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬੀ ਨੂੰ ਬਾਹਰ ਕੱਢ ਦਿੱਤਾ ਗਿਆ। ਮੁੱਦੇ ਤਾਂ ਬਹੁਤ ਸਾਰੇ ਨੇ ਜਿਹਦੇ ਉੱਤੇ ਅਕਾਲੀਆਂ ਦੀ ਭਾਜਪਾ ਨਾਲ ਭਾਈਵਾਲੀ ਨੂੰ ਲੈ ਕੇ ਸਵਾਲ ਖੜੇ ਹੁੰਦੇ। ਜਦੋਂ ਹੁਣ ਅਸੀਂ ਇਹ ਦੇਖਦੇ ਹਾਂ ਕਿ ਇਹ ਜਿਹੜਾ ਭਾਸ਼ਾ ਦਾ ਫਾਰਮੂਲਾ ਨਵਾਂ ਕੱਢਿਆ 2020 ਜੰਮੂ ਕਸ਼ਮੀਰ ਦਾ, ਉਹਦੇ ਵਿੱਚ ਜਿਸ ਤਰ੍ਹਾਂ ਨੇ ਇਹਨਾਂ ਨੇ ਰੂਪਰੇਖਾ ਉਲੀਕੀ ਗਈ ਹੈ, ਇੱਕ ਸਵਾਲ ਇਹ ਵੀ ਆਉਂਦਾ ਕੀ ਮਜਬੂਰੀ ਹੈ, ਕੀ ਕਾਰਨ ਹੈ, ਕੀ ਇਹਦੇ ਬਿਹਾਈਂਡ ਦਾ ਸੀਨ ਪਿੱਛੇ ਕੀ ਚੱਲ ਰਿਹਾ ਹੈ? ਕਿਉਂਕਿ ਠੀਕ ਹੈ ਕਿ ਜੋ ਭਾਸ਼ਾ ਹਨ ਜੋ ਚੱਲ ਰਹੀਆਂ ਨੇ, ਇੱਕ ਤੁਸੀਂ ਗੁਲਦਸਤੇ ਦੀ ਗੱਲ ਹੁਣੇ ਕੀਤੀ ਹੈ, ਉਸ ਦੇ ਵਿੱਚ ਤਾਂ ਵੈਸੇ ਹੀ ਖੂਬਸੂਰਤੀ ਹੁੰਦੀ ਹੈ ਕਿ ਵੰਨਸਵੰਨਤਾ ਹੈ। ਅਚਨਚੇਤੀ ਜਿਹੜੀਆਂ 5 ਹੋਰ ਭਾਸ਼ਾਵਾਂ ਨੂੰ ਰੱਖ ਕੇ ਪੰਜਾਬੀ ਨੂੰ ਬਾਹਰ ਕੱਢ ਦੇਣਾ, ਇਹਦੇ ਰਾਹੀਂ ਇਹ ਜਿਹੜੀ ਸੱਤਾਧਾਰੀ ਕੇਂਦਰ ਸਰਕਾਰ ਹੈ, ਇੱਕ ਹੀ ਸੁਨੇਹਾ ਕੀ ਦੇਣਾ ਚਾਹੁੰਦੀ ਹੈ? ਦੇਖੋ, ਮੈਨੂੰ ਤਾਂ ਲੱਗਦਾ ਕਿ ਇਹ ਅਖੀਰ 'ਚ ਹੋਣਾ ਹੈ ਕਿ ਪੰਜਾਬੀ ਨੂੰ ਸ਼ਾਮਲ ਕਰ ਲਿਆ ਜਾਊਗਾ। ਕਈ ਵਾਰੀ ਸੱਤਾਧਾਰੀਆਂ ਦਾ ਇਹ ਗੁਣ ਵੀ ਹੁੰਦਾ ਕਿ ਲੋਕਾਂ ਨੂੰ ਭੰਬਲ ਭੂਸੇ 'ਚ ਪਾਉਣ ਲਈ ਪਹਿਲਾਂ ਮਸਲਾ ਖੜਾ ਕਰ ਦਿਓ, ਫਿਰ ਮਸਲਾ ਹੱਲ ਕਰਕੇ ਹੀਰੋ ਬਣ ਜਾਓ। ਕਈ ਵਾਰੀ ਆਪਾਂ ਸੁਣਦੇ ਨੇ ਕਿੱਸਾ ਹੁੰਦਾ ਸੀ ਕਿ ਕੋਈ ਇੱਕ ਜਿਹੜਾ ਸੀਗਾ ਬਹੁਤ ਇੱਕ ਨੇਕ ਕਿਸਮ ਦਾ ਆਦਮੀ, ਬਹੁਤ ਪੈਸਾ ਸੀ ਉਹਦੇ ਕੋਲ, ਉਹ ਅਡੰਬਰ ਰਚਦਾ ਹੁੰਦਾ ਸੀ ਕਿ ਮੈਂ ਵੇਖੋ ਲੋਕਾਂ ਨੂੰ ਦਾਨ ਪੁੰਨ ਕਰਦਾ ਹਾਂ। ਰਾਤ ਨੂੰ ਕਹਿੰਦੇ ਸੀ ਡਾਕੇ ਮਾਰਦਾ ਸੀਗਾ, ਸਵੇਰੇ ਉੱਠ ਕੇ ਸੰਤ ਵਾਲੇ ਜਾਮੇ ਦੇ ਵਿੱਚ ਉਹੀ ਉਹਨਾਂ ਦਾ ਲੁੱਟਿਆ ਮਾਰ ਉਹਨਾਂ ਨੂੰ ਵਾਪਸ ਦੇ ਦਿੰਦਾ ਸੀ। ਇਹ ਮਤਲਬ ਇੱਕ ਕਿੱਸਾ ਚੱਲਦਾ ਹੁੰਦਾ ਆਮ। ਇਹ ਸਾਡੇ ਸੱਤਾਧਾਰੀਆਂ ਦੇ ਟੁਕਦਾ। ਸੋ ਇਸ ਕਰਕੇ ਕਈ ਵਾਰੀ ਮੁੱਦੇ ਸਰਕਾਰਾਂ ਆਪ, ਏਜੰਸੀਆਂ ਆਪ ਖੜੇ ਕਰ ਲੈਂਦੀਆਂ। ਮੁੱਦਾ ਕਈ ਵਾਰੀ ਹੁੰਦਾ ਨਹੀਂ ਗਾ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਊਗੀ ਕੁਝ ਦਿਨਾਂ ਬਾਅਦ ਇਹ ਬਿਆਨ ਆ ਜਾਵੇ ਕਿ ਜੀ ਪੰਜਾਬੀ ਨੂੰ ਸ਼ਾਮਲ ਕਰ ਲਿਆ ਗਿਆ, ਸੁਖਬੀਰ ਸਿੰਘ ਬਾਦਲ ਲੁੱਡੀਆਂ ਪਾਉਣਗੇ, ਦੇਖੋ ਜੀ ਅਸੀਂ ਕਰਾਤਾ। ਲੋਕ ਇਹ ਸੋਚਣਗੇ ਹੋਇਆ ਕਿਉਂ ਆ, ਸਵਾਲ ਤਾਂ ਇਹ ਕੀਤਾ ਜਾਵੇ। ਔਰ ਨਾਲੇ ਇਕੱਲੇ ਪੰਜਾਬੀ ਲਈ ਕਿਉਂ, ਅਸੀਂ ਇਹ ਸਵਾਲ ਕਿਉਂ ਨਹੀਂ ਕਰਦੇ ਕਿ ਤੁਸੀਂ ਲਗਾਤਾਰ ਘੱਟ ਗਿਣਤੀਆਂ ਦੇ ਹੱਕਾਂ 'ਤੇ ਹਮਲੇ ਕਰਦੇ ਆ ਰਹੇ ਹੋ। ਤੁਸੀਂ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਦਲਿਤਾਂ ਨੂੰ, ਸਾਰਿਆਂ ਨਾਲ ਅਨਿਆਂ ਕਰਦੇ ਆ ਰਹੇ ਹੋ। ਸਾਨੂੰ ਉਸ ਦਾ ਜਵਾਬ ਚਾਹੀਦਾ। ਸਾਲ ਪਹਿਲਾਂ ਜੋ ਕਸ਼ਮੀਰ 'ਚ ਹੋਇਆ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ, ਬਹੁਤ ਵੱਡੀ ਗੱਲ ਸੀ। ਪੂਰਾ ਸਾਲ ਲੰਘ ਗਿਆ, ਉਸ ਲਾਕਡਾਊਨ ਦੇ ਵਿੱਚ ਕਸ਼ਮੀਰੀਆਂ ਨੇ ਕਿਵੇਂ ਉਹਨਾਂ ਦੀ ਗੁਜ਼ਰ ਹੋਈ ਹੈ ਇਹ ਕਸ਼ਮੀਰੀ ਜਾਣਦੇ ਨੇ। ਪੰਜਾਬੀ ਜ਼ੁਬਾਨ ਨੋਟੀਫਿਕੇਸ਼ਨ ਵਿੱਚੋਂ ਬਾਹਰ ਕੱਢ ਦਿੱਤੀ ਗਈ, ਇਹ ਮਸਲਾ ਤਾਂ ਉਸ ਮਾਮਲੇ ਦੇ ਸਾਹਮਣੇ ਕੁਝ ਵੀ ਹੈ ਨਹੀਂ। ਸੋ ਤੁਸੀਂ ਫਿਰ ਵੀ ਉਹਨਾਂ ਨਾਲ ਭਾਈਵਾਲੀ ਪਾਈ ਰੱਖੀ ਹੈ। ਇਸ ਕਰਕੇ ਤਾਂ ਇਹ ਹੁਣ ਸੱਪ ਦੇ ਮੂੰਹ 'ਚ ਕੋੜ ਕਰ ਲਈ ਹੈ। ਸੋ ਹਾਲਾਤ ਇਹ ਨੇ।
ਪਰ ਮੈਨੂੰ ਸ਼ੱਕ ਇਹ ਪੈਂਦਾ ਕਿ ਇਸ ਦੇ ਪਿੱਛੇ ਕੋਈ ਕੁਟਨੀਤੀ ਕੰਮ ਕਰ ਰਹੀ ਹੈ। ਇੱਕ ਡਰਾਮਾ ਰਚਿਆ ਗਿਆ, ਥੋੜ੍ਹਾ ਜਿਹਾ ਧਿਆਨ ਲੋਕਾਂ ਦਾ ਡਾਇਵਰਟ ਹੋ ਗਿਆ। ਹੁਣ ਬਾਅਦ 'ਚ ਜਦੋਂ ਉਹਨੂੰ ਬਹਾਲ ਕੀਤਾ ਜਾਊਗਾ ਫਿਰ 4 ਦਿਨ ਬੱਲੇ ਬੱਲੇ ਹੋਏਗੀ, ਗੱਲ ਆਈ ਗਈ ਹੋ ਜਾਊਗੀ। ਪਰ ਇਸ ਗੱਲ ਨੂੰ ਉੱਥੇ ਨਾ ਰੁਕਿਆ ਜਾਵੇ। ਜਿਹੜੇ ਲੋਕ ਉੱਠ ਖੜੇ ਹੋਏ ਨੇ ਇਹ ਬਕਾਇਦਾ ਸਵਾਲ ਕਰਨ ਕਿ ਪੰਜਾਬੀ ਦੀ ਥਾਂ ਕੀ ਹੈ ਹਿੰਦੁਸਤਾਨ ਦੇ ਵਿੱਚ, ਪੰਜਾਬੀ ਦੀ ਥਾਂ ਕੀ ਹੈ। ਜਿਹੜੇ ਗਾਏ ਬਗਾਏ ਬਿਆਨ ਵੀ ਆਉਂਦੇ ਰਹੇ ਗੁਰਦਾਸ ਮਾਨ ਵਰਗਿਆਂ ਦੇ, ਮਾਂ ਤੇ ਮਾਸੀ ਦਾ ਡਿਸਕੋਰਸ ਖੜਾ ਕਰਨਾ, ਇਹ ਸਾਰਾ ਕੁਝ ਉਸ ਕੜੀ ਦਾ ਹਿੱਸਾ। ਉਸ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਹੋਣਾ ਪਊਗਾ। ਜਿੱਥੇ ਤੁਸੀਂ ਇਹ ਗੱਲ ਜ਼ਿਕਰ ਕੀਤਾ ਹੈ ਕਿ ਆਮ ਹੀ ਜਿਵੇਂ ਕਹਿੰਦੇ ਕਿ ਰਾਤ ਕੋ ਪੀ ਸੁਬਹ ਤੌਬਾ ਕਰ ਲਈ, ਰਿੰਦ ਕੇ ਰਿੰਦ ਰਹੇ ਹਾਸੇ ਜੰਨਤ ਨਾ ਗਈ, ਇਹੋ ਜਿਹਾ ਰਾਜਨੀਤਿਕ ਜਿਹੜਾ ਪ੍ਰਪੰਚ ਰਚਾਉਣਾ ਜਾਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਕ੍ਰੀਏਟ ਕਰਨਾ, ਇੱਕ ਵਾਤਾਵਰਨ, ਲੋਕ ਜਿਹੜੇ ਆ ਇਸ ਚੱਕਰ 'ਚ ਪੈ ਜਾਂਦੇ ਨੇ। ਬਾਅਦ ਦੇ ਵਿੱਚ ਕਿਤੇ ਲਾ ਦੇਣੀ, ਕਿਤੇ ਬੁਝਾ ਦੇਣੀ। ਮੈਨੂੰ ਯਾਦ ਆ ਰਿਹਾ ਉਲਫਤ ਬਾਜਵਾ ਸਾਹਿਬ ਦੇ ਇੱਕ ਕਮਾਲ ਦੀ ਉਹਨਾਂ ਦੀ ਗਜ਼ਲ ਦੇ ਸ਼ੇਰ ਬੜੇ ਕਮਾਲ ਦੇ ਨੇ, ਸਾਡੇ ਦਰਸ਼ਕਾਂ ਰਾਹੀਂ ਵੀ ਬੜੇ ਧਿਆਨ ਗੋਚਰ ਨੇ ਕਿ ਨਜ਼ਰ ਰਮਜ਼ਨ ਮਿਲਾਉਂਦੇ ਹੋ ਕਦੇ ਇੱਧਰ ਕਦੇ ਉੱਧਰ, ਵਫਾ ਆਪਣੀ ਜਤਾਉਂਦੇ ਹੋ ਕਦੇ ਇੱਧਰ ਕਦੇ ਉੱਧਰ, ਤੁਹਾਨੂੰ ਬੇਵਫਾ ਕਹਿਣਾ ਸਰਾਸਰ ਨਾ ਮੁਨਾਸਬ ਹੈ, ਤੁਸੀਂ ਵਾਅਦਾ ਨਿਭਾਉਂਦੇ ਹੋ ਕਦੇ ਇੱਧਰ ਕਦੇ ਉੱਧਰ, ਕਿਸੇ ਦਿਨ ਡਾਂਗ ਖੜਕੇਗੀ ਕਿਸੇ ਦਿਨ ਖੂਨ ਡੁੱਲੇਗਾ, ਜੋ ਲਾਉਂਦੇ ਹੋ ਬੁਝਾਉਂਦੇ ਹੋ ਕਦੇ ਇੱਧਰ ਕਦੇ ਉੱਧਰ। ਆਹ ਹਾਲ ਹੈ। ਸੋ ਅੱਜ ਮੈਂ ਸਮਝਦਾ ਗੁਰਦਸ ਸਿੰਘ ਜਿਹੜੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਅੱਜ ਸਗੋਂ ਪਾਸ਼ ਵਰਗਿਆਂ ਦੀ ਘਾਟ ਸਾਨੂੰ ਜ਼ਿਆਦਾ ਰੜਕ ਰਹੀ ਹੈ। ਕਿਉਂਕਿ ਸ਼ਿੱਦਤ ਨਾਲ ਤਾਂ ਉਹੀ ਲੋਕ ਸੀ ਜਿਹੜੇ ਬੋਲੀ ਨਾਲ ਖੜੇ ਹੋਏ, ਜਿਨ੍ਹਾਂ ਨੇ ਬੋਲੀ ਨੂੰ ਅਮੀਰ ਕੀਤਾ ਆਪਣੇ ਸਾਹਿਤ ਦੇ ਜ਼ਰੀਏ, ਜਾਂ ਬੋਲੀ ਦਾ ਝੰਡਾ ਚੁੱਕਿਆ ਹੋਇਆ ਸੀਗਾ। ਇਕੱਲੇ ਅਕਾਲੀਆਂ ਨੇ ਤਾਂ ਨਹੀਂ ਚੁੱਕਿਆ ਸੀਗਾ, ਇਹੋ ਜਿਹੇ ਕੁਝ ਸੁਫਿਰਦ ਲੋਕ ਲੈਫਟ ਵਿੱਚ ਵੀ ਸੀਗੇ। ਉਹੋ ਜਿਹੇ ਲੋਕਾਂ ਦੀ ਘਾਟ ਰੜਕ ਰਹੀ ਜਿਹੜੇ ਨਿਸ਼ਾਨਦੇਹੀ ਕਰਨ ਮਸਲੇ ਦੀ ਕਿ ਮਸਲਾ ਕਿੱਥੇ ਖੜਾ। ਕਿਉਂਕਿ ਅਕਾਲੀ ਅੱਜ ਆਪਣੀ ਕ੍ਰੈਡੀਬਿਲਿਟੀ ਗਵਾ ਚੁੱਕੇ ਆ। ਪੰਜਾਬੀ ਸੂਬਾ ਕਾਇਮ ਕਰਾਉਣ ਦੇ ਲਈ ਟਾਰਾ ਮਾਰਨ ਵਾਲੇ ਅੱਜ ਆਪਣੀ ਕ੍ਰੈਡੀਬਿਲਿਟੀ ਜਨਸੰਘ ਨਾਲ ਭਾਈਵਾਲੀ ਪਾ ਕੇ ਗਵਾ ਚੁੱਕੇ ਆ। ਸਿੱਖਾਂ ਦੀ ਅੱਡਰੀ ਪਛਾਣ ਦੇ ਮੁੱਦੇ 'ਤੇ, ਯਾਨੀ ਘੱਟ ਗਿਣਤੀਆਂ ਦੇ ਮੁੱਦੇ 'ਤੇ, ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਮੁੱਦੇ 'ਤੇ, ਅਤੇ ਬੋਲੀ ਦੇ ਮੁੱਦੇ 'ਤੇ। ਇਹ ਖੱਪਾ ਪਾਸ਼ ਵਰਗੇ ਸੁਹਿਰਦ ਖੱਬੇ ਪੱਖੀ ਪੂਰ ਸਕਦੇ ਆ ਜੇ ਉਹਨਾਂ 'ਤੇ ਜਾਣ ਹੋਵੇ। ਹੁਣ ਉਹ ਤਾਂ ਚੱਲ ਵਸਿਆ, ਜਿਹੜੇ ਹੁਣ ਉਹਦੇ ਮੁਰੀਦ ਕਹਾਉਂਦੇ ਨੇ ਆਪਣੇ ਆਪ ਨੂੰ, ਇਹ ਕਿੱਥੇ ਖੜੇ ਆ, ਇਹਦਾ ਜਵਾਬ ਉਹ ਦੇਣ। ਇੱਕ ਬੜੀ ਦਿਲਚਸਪ ਗੱਲ ਤੁਸੀਂ ਛੇੜ ਦਿੱਤੀ ਹੈ ਕਿ ਮੁਰੀਦ, ਮੈਂ ਹੁਣੇ ਇੱਕ ਜ਼ਿਕਰ ਪੜ੍ਹ ਰਿਹਾ ਸੀ ਅਮਰਜੀਤ ਚੰਦਨ ਦਾ, ਉਹ ਇਸ ਵੇਲੇ ਇਹ ਜਿਉਂਦਾ ਵੀ ਹੈ, ਉਸ ਵੇਲੇ ਨਾਲ ਵੀ ਸੀ ਪਾਸ਼ ਦੇ। ਕੁਛ ਗੱਲਾਂ ਮੈਂ ਪੜ੍ਹ ਰਿਹਾ ਸੀ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਇੱਕ ਕਿਤਾਬ ਵੀ ਜਿਹੜੀ ਹੈ ਐਡਿਟ ਕੀਤੀ, ਉਹ ਵੀ ਪਾਸ਼ ਦੇ ਨਾਂ 'ਤੇ ਕੀਤੀ। ਕੁਛ ਹੋਰ ਵੀ ਇੱਕ ਸਮਾਂ ਆਇਆ ਜਿਸ ਸਮੇਂ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਪਾਸ਼ ਦਾ ਆਮਦ ਹੋਣੀ, ਅਤੇ ਉਸ ਤੋਂ ਬਾਅਦ ਨੌਜਵਾਨ ਪੀੜ੍ਹੀ ਜਿਹੜੀ ਹੈ ਬੜੀ ਤਤਪਰ ਹੋਈ। ਉਸ ਸਮੇਂ ਗ੍ਰਿਫਤਾਰੀ ਵੀ ਹੋਈ, ਉਸ ਤੋਂ ਬਾਅਦ ਰਿਹਾ ਕਰਨ ਤੋਂ ਬਾਅਦ ਉਹ ਬੜਾ ਮਕਬੂਲ ਹੋਇਆ। ਅਮਰਜੀਤ ਕੌਂਕੇ, ਅਮਰਜੀਤ ਟਾਂਡਾ, ਅਮਰਜੀਤ ਚੰਦਨ, ਜਾਂ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ, ਕੁਝ ਕੈਨੇਡਾ 'ਚ ਵੀ ਨੇ ਜਾਂ ਬਾਹਰਲੇ ਦੇਸ਼ਾਂ 'ਚ ਵੀ ਨੇ। ਪਰ ਇੱਕ ਗੱਲ ਬੜੀ ਅਜੀਬ ਚੱਲਦੀ ਸੀ ਕਿ ਜਦੋਂ ਕਸ਼ਮਕਸ਼ ਇੱਕ ਪਾਸੇ ਉਹੀ, ਜਦੋਂ ਪਹਿਲਾ ਮੂਵਮੈਂਟ ਨੈਕਸਲਾਈਟ ਸੀ, ਉਸ ਮੂਵਮੈਂਟ ਦੇ ਵਿੱਚ ਤਕਰੀਬਨ ਉਹੀ ਕੌਨਸੈਪਟ ਸੀ ਸਥਾਪਤੀ ਦੇ ਉਲਟ ਚੱਲਣ ਦਾ, ਅਤੇ ਉਹੀ ਜਦੋਂ ਖਾੜਕੂਵਾਦ ਦਾ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਆਇਆ, ਉਹ ਸਥਾਪਤੀ ਦੇ ਉਲਟ ਚੱਲਣ ਦਾ ਹੀ ਉਹ ਸੀ। ਉਸ ਵੇਲੇ ਉਹਨਾਂ ਬਹੁਤ ਸਾਰੇ ਲੇਖਕਾਂ, ਸਾਹਿਤਕਾਰਾਂ ਜਿਨ੍ਹਾਂ ਦਾ ਪਹਿਲਾ ਰੋਲ ਭਾਰਤ ਸਰਕਾਰ ਦੇ ਅਗੇਂਸਟ ਰਿਹਾ, ਪਰ ਜਦੋਂ ਇਹ ਸਿੱਖ ਮੂਵਮੈਂਟ ਆਈ ਤਾਂ ਉਸ ਨੂੰ ਪੂਰੀ ਤਰ੍ਹਾਂ ਇੱਕ ਉਸ ਦੇ ਉਲਟ ਜਾਂ ਉਸ ਦੇ ਖਿਲਾਫ ਇੱਕ ਗਿਣੇ ਮਿਥੇ ਢੰਗ ਦੇ ਨਾਲ ਸਾਜ਼ਿਸ਼ ਚੱਲ ਪਈ। ਅਤੇ ਹੋਇਆ ਇਹ ਕਿ ਜਦੋਂ ਹਕੂਮਤ ਦਾ ਸਰਕਾਰੀ ਪੱਧਰ ਦਾ ਦਮਨ ਹੋ ਰਿਹਾ ਸੀ ਨੌਜਵਾਨਾਂ ਦਾ, ਉਸ ਵੇਲੇ ਤਕਰੀਬਨ ਇੱਕਾ ਦੁੱਕਾ ਵਿਅਕਤੀਆਂ ਨੂੰ ਛੱਡ ਕੇ ਬਹੁਤਿਆਂ ਦੀਆਂ ਕਲਮਾਂ ਵੀ ਸੌਂ ਗਈਆਂ। ਇਹੋ ਜਿਹੇ ਉਸ ਮੂਵਮੈਂਟ 'ਚੋਂ ਆਏ ਪੱਤਰਕਾਰ ਵੀ ਸਨ। ਉਹ ਪੱਤਰਕਾਰ ਪਹਿਲਾਂ ਬਹੁਤ ਐਕਟਿਵਿਸਟ ਸਨ, ਉਹਨਾਂ ਨੇ ਹਕੂਮਤ ਦਾ ਵਿਰੋਧ ਵੀ ਕੀਤਾ, ਪਰ ਬਾਅਦ ਦੇ ਵਿੱਚ ਕੀ ਹੋਇਆ, ਉਹਨਾਂ 'ਚੋਂ ਬਹੁਤਾਤ ਗਿਣਤੀ ਐਸੀ ਹੋਈ ਜਿਹਦੀ ਕਿਤੇ ਨਾ ਕਿਤੇ ਭਾਈਵਾਲੀ ਸਮੇਂ ਦੀ ਸਰਕਾਰ ਨਾਲ ਹੋ ਗਈ, ਅਤੇ ਸਰਕਾਰ ਨੇ ਉਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ, ਸਰਕਾਰ ਨੇ ਉਸ ਦੀ ਸੰਭਾਲ ਵੀ ਕੀਤੀ, ਅਤੇ ਐਂਡ ਆਫ ਦੀ ਡੇ ਦੋ ਅਲੱਗ-ਅਲੱਗ ਤਰ੍ਹਾਂ ਧੜੇ ਬਣ ਗਏ ਜਿਹੜੇ ਦੋਨੇ ਹੀ ਸਰਕਾਰ ਦੇ ਅਗੇਂਸਟ ਸੀ, ਪਰ ਇੱਕ ਦੂਜੇ ਦੇ ਖਿਲਾਫ ਉਹ ਭੁਗਤ ਗਏ। ਗੁਰਦਰ ਸਿੰਘ, ਥੋੜ੍ਹਾ ਜਿਹਾ ਨਾ ਪਾਸ਼ ਨੂੰ ਸਾਨੂੰ ਇਸ ਜਿਹੜਾ ਤੁਸੀਂ ਸਵਾਲ ਚੁੱਕਿਆ ਉਸ ਤੋਂ ਪਾਸੇ ਕੱਢ ਕੇ ਗੱਲ ਕਰਨੀ ਪਏਗੀ ਥੋੜ੍ਹੇ ਸਮੇਂ ਲਈ। ਦੇਖੋ, ਪਹਿਲੀ ਗੱਲ ਪਾਸ਼ ਦੇ ਬਾਰੇ ਆਪਾਂ ਸੰਖੇਪ 'ਚ ਗੱਲ ਕਰ ਲਈਏ। ਪਾਸ਼ ਨਕਸਲਵਾੜੀ ਲਹਿਰ 'ਚ ਪੈਦਾ ਹੋਇਆ ਕਵੀ ਸੀ। ਉਸ ਦੀ ਅੱਜ ਵੀ ਮੁੱਖ ਪਛਾਣ ਕਵੀ ਵਜੋਂ ਹੀ ਹੈ, ਸਾਹਿਤਕਾਰ ਵਜੋਂ। ਉਹ ਪਾਰਟੀ ਨਾਲ ਕਿੰਨੀ ਹੱਦ ਤੱਕ ਖੜਾ ਹੋਇਆ, ਕਿੰਨੀ ਤੱਕ ਨਹੀਂ ਰਿਹਾ, ਉਹ ਇੱਕ ਵੱਖਰਾ ਸਵਾਲ ਹੈ। ਕਿਉਂਕਿ CPI ਤੋਂ ਸਫਰ ਉਹਨੇ ਸ਼ੁਰੂ ਕੀਤਾ, ਜਿਵੇਂ ਬਹੁਤੇ ਨਕਸਲਾਈਟਾਂ ਨੇ ਕੀਤਾ CPM ਤੋਂ ਜਦੋਂ ਬੇਮੁਖ ਹੋ ਕੇ ਉਹ ਨਕਸਲਵਾੜੀ ਲਹਿਰ ਚਲੇ ਗਏ। ਪਰ ਪਾਸ਼ ਨੇ ਬੁਨਿਆਦੀ ਸਫਰ ਆਪਣਾ CPI 'ਤੇ ਸ਼ੁਰੂ ਕੀਤਾ ਸੀ। ਘਰ ਵਿੱਚ ਸਾਹਿਤਕ ਮਾਹੌਲ ਸੀਗਾ, ਸਾਹਿਤਕ ਰੁਚੀਆਂ ਉਹਦੇ 'ਚ ਪੈਦਾ ਹੋਈਆਂ। ਸੋ ਪਾਸ਼ ਦੇ ਵਿੱਚ ਕਈ ਇਸ ਤਰ੍ਹਾਂ ਦੇ ਗੁਣ ਸੀਗੇ ਜਿਹੜੇ ਉਸਨੇ ਵੇਖਿਆ ਕਿ ਵੀ ਜਿਵੇਂ ਚੀਨ 'ਚ ਇਨਕਲਾਬ ਆਇਆ,
ਤਾਂ ਉਸ ਦੀ ਤਰਸ 'ਤੇ ਉਸਨੇ ਇੱਕ ਕੰਧ ਪਰਚਾ ਕੱਢਿਆ ਕਿ ਕੰਧ ਪਰਚੇ ਰਾਹੀਂ ਲੋਕਾਂ 'ਚ ਜਿਹੜਾ ਹੈ ਜਾਗਰੂਕਤਾ ਪੈਦਾ ਕੀਤੀ ਜਾਵੇ। ਉਹਦੇ 'ਚ ਇਹ ਵੀ ਸੀਗੀ ਖਾਹਿਸ਼ ਕਿ ਮੈਂ ਦਲਿਤ ਬੱਚਿਆਂ ਨੂੰ ਪੜ੍ਹਾਵਾਂ। ਸਕੂਲ ਵੀ ਉਹਨੇ ਖੋਲ੍ਹਿਆ, ਕਈ ਥਾਵਾਂ 'ਤੇ ਉਹਨੂੰ ਨਾਕਾਮੀਆਂ ਮਿਲੀਆਂ, ਪਰ ਕਵੀ ਵਜੋਂ ਉਹਦੀ ਪਛਾਣ ਜਿਹੜੀ ਹੈ ਬਹੁਤ ਸੋਲਿਡ ਰਹੀ। ਖਾਸ ਤੌਰ 'ਤੇ ਜਦੋਂ ਗ੍ਰਿਫਤਾਰ ਹੋਇਆ, ਜੇਲ੍ਹ 'ਚੋਂ ਉਹਦੀ ਕਵਿਤਾਵਾਂ ਬਾਹਰ ਆਈਆਂ, ਮਕਬੂਲ ਹੋਈਆਂ। ਨਕਸਲਵਾੜੀ ਲਹਿਰ ਦੇ ਨਾਲ ਉਹਦਾ ਜਿਹੜਾ ਸਮਾਂ ਹੈ ਲਗਾਤਾਰਤਾ ਨਾਲ ਨਹੀਂ ਰਿਹਾ ਉਸ ਰੂਪ 'ਚ ਜਿਵੇਂ ਵੀ ਲੋਕ ਸਮਝਦੇ ਆ, ਕਿਉਂਕਿ 88 ਜਦੋਂ ਉਹਦਾ ਕਤਲ ਹੋਇਆ ਉਹਨਾਂ ਦਿਨਾਂ 'ਚ ਉਹ ਕੈਲੀਫੋਰਨੀਆ ਆ ਕੇ ਰਹਿਣ ਲੱਗ ਪਿਆ ਸੀ। ਕੈਲੀਫੋਰਨੀਆ ਦੀ ਆਬੋ ਹਵਾ ਬਾਰੇ ਉਸਨੇ ਆਪਣੇ ਸਾਥੀ ਸ਼ਮਸ਼ੇਰ ਸੰਧੂ ਨੂੰ ਵੀ ਗੱਲ ਕਹੀ ਸੀ ਕਿ ਮੈਨੂੰ ਲੱਗਦਾ ਕਿ ਅਮਰੀਕਾ ਇੱਕ ਬਿਹਤਰ ਸਮਾਜ ਹੈ। ਕਹਿੰਦਾ ਜੇ ਮੈਂ ਗੱਲ ਬਾਹਰ ਕਵਾਂ ਤਾਂ ਲੋਕ ਮੇਰੇ ਮਗਰ ਪੈਣਗੇ, ਖਾਸ ਤੌਰ 'ਤੇ ਜਿਹੜੇ ਕਾਮਰੇਡ ਨੇ, ਕਿਉਂਕਿ ਉਹਨਾਂ ਦੀ ਜੋ ਖੁੱਲ੍ਹਦਿਲੀ ਕਈ ਵਾਰੀ ਨਹੀਂ ਹੁੰਦੀ ਉੱਦਾਂ ਦੀ। ਪਰ ਮੈਂ ਉੱਥੇ ਜਾ ਕੇ ਮਹਿਸੂਸ ਕੀਤਾ ਕਿ ਬਰਾਬਰਤਾ ਵਾਲਾ ਸਮਾਜ ਉੱਥੇ ਸਿਰਜਿਆ ਗਿਆ। ਸੋ ਕਾਫੀ ਇੱਕ ਖੁੱਲ੍ਹੇ ਡੁੱਲੇ ਜਿਹੜਾ ਸੁਭਾਅ ਵਾਲਾ ਵਿਅਕਤੀ ਸੀ। ਇਸ ਤਰ੍ਹਾਂ ਉਹਨੂੰ ਆਪਾਂ ਇੱਕੋ ਕੁੱਜੇ 'ਚ ਬੰਦ ਕਰਕੇ ਨਹੀਂ ਵੇਖ ਸਕਦੇ, ਕਿਉਂਕਿ ਲੈਫਟ ਮੂਵਮੈਂਟ ਦੇ ਵੀ ਆਪਣੀਆਂ ਵੱਖਰੀ ਵੱਖਰੀ ਸ਼੍ਰੇਣੀਆਂ ਨੇ। ਕੋਈ ਨਾਗੀ ਰੈਡੀ ਗਰੁੱਪ ਨਾਲ ਸੀ, ਕੋਈ ਚਾਰੂ ਮਜ਼ੂਮਦਾਰ ਨਾਲ ਸੀ, ਮਤਲਬ ਇਸ ਤਰ੍ਹਾਂ ਸਾਰੇ ਆਪਣੇ ਪੜਾਵਾਂ 'ਚ ਲੜਾਈ ਲੜਦੇ ਰਹੇ। ਕਈਆਂ ਨੇ ਉਕਾਈਆਂ ਕੀਤੀਆਂ, ਕਈਆਂ ਨੇ ਠੋਸ ਤਰੀਕੇ ਨਾਲ ਸਟੇਟ ਦੇ ਖਿਲਾਫ ਭੁਗਤੇ ਵੀ। ਹੁਣ ਅਸੀਂ ਪਾਸ਼ ਦੀ ਕਵਿਤਾਵਾਂ ਦੀ ਗੱਲ ਕਰੀਏ। ਪਾਸ਼ ਦੀ ਅਨੇਕਾਂ ਕਵਿਤਾਵਾਂ ਵਿੱਚੋਂ ਕੁਝ ਕਵਿਤਾਵਾਂ ਨੇ ਜਿਹੜੀਆਂ ਸਿੱਧਾ ਸਟੇਟ ਨੂੰ ਚੈਲੰਜ ਕਰਦੀਆਂ ਸੀਗੀਆਂ। ਮਿਸਾਲ ਦੇ ਤੌਰ 'ਤੇ ਐਮਰਜੈਂਸੀ ਦੇ ਦੌਰ ਦੇ ਵੇਲੇ ਉਸਨੇ ਇੰਦਰਾ ਦਾ ਵਿਰੋਧ ਕੀਤਾ, ਇੰਦਰਾ ਦੇ ਖਿਲਾਫ ਕਵਿਤਾ ਲਿਖੀ। ਉਹ ਕਵਿਤਾ ਜਦੋਂ ਧਰਮਯੁੱਗ ਨੇ ਛਾਪੀ ਹੈ, ਹਿੰਦੀ ਅਨੁਵਾਦ ਕੀਤਾ, ਤਾਂ ਉਸ ਵਿੱਚੋਂ ਉਹ 17 ਕੱਢ ਦਿੱਤੀਆਂ ਗਈਆਂ ਜਿਹੜੀਆਂ ਸਿੱਧੇ ਤੌਰ 'ਤੇ ਇੰਦਰਾ ਗਾਂਧੀ ਨੂੰ ਚੋਟ ਮਾਰਦੀਆਂ ਸੀਗੀਆਂ। ਉਸਨੇ ਪ੍ਰੋਟੈਸਟ ਕੀਤਾ, 150 ਰੁਪਈਏ ਦਾ ਚੈੱਕ ਧਰਮਯੁੱਗ ਨੇ ਉਹਨੂੰ ਭੇਜਿਆ, ਉਹਨੇ ਵਾਪਸ ਮੋੜਤਾ ਔਰ ਇਹ ਵੀ ਕਹਿਤਾ ਅਗਾਂਹ ਮੇਰੀ ਕੋਈ ਕਵਿਤਾ ਨਾ ਛਾਪਿਓ। ਇੰਦਰਾ ਗਾਂਧੀ ਦੇ ਖਿਲਾਫ ਉਹ ਠੋਕ ਕੇ ਲਿਖਦਾ ਸੀ। ਫਿਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਸਿੱਖ ਵਿਰੋਧੀ ਕਤਲੇਆਮ ਹੋਏ, ਉਸ ਤੋਂ ਬਾਅਦ ਉਹਨੇ ਠੋਕ ਕੇ ਇੱਕ ਹੋਰ ਪ੍ਰੋਟੈਸਟ ਕਵਿਤਾ ਲਿਖੀ, ਬੇਦਖਲੀਲੀ ਬਿਨੈ ਪੱਤਰ, ਜਿਸ ਵਿੱਚ ਸਿੱਧਾ ਉਸਨੇ ਕਿਹਾ ਕਿ ਜੇ ਤੁਸੀਂ ਇੱਦਾਂ ਹੀ ਇੰਦਰਾ ਦੇ ਹਥਿਆਰਾਂ ਨਾਲ ਸਿੱਝਣਾ ਤਾਂ ਫਿਰ ਬਣਦੀ ਸਜ਼ਾ ਮੈਨੂੰ ਵੀ ਦਿਓ, ਕਿਉਂਕਿ ਮੈਂ ਵੀ ਕਲਪਨਾ ਕਰਦਾ ਸੀ ਕਿ ਉਹ ਮਾਰੀ ਜਾਵੇ, ਮੈਂ ਵੀ ਉਹਨੂੰ ਨਫ਼ਰਤ ਕੀਤੀ ਆ। ਮੈਂ ਇਸ ਬਿਨਾਂ ਤਰ੍ਹਾਂ ਛੁਪਿਆ ਰਵਾਂ ਕਿ ਮੇਰਾ ਪਤਾ ਨਹੀਂ ਹੈ ਭਜਨ ਲਾਲ ਬਿਸ਼ਨੋਈ ਨੂੰ। ਸਟੇਟ ਨੂੰ ਸਿੱਧਾ ਚੈਲੰਜ ਕੀਤਾ ਪਾਸ਼ ਨੇ। ਉਹ ਕਦੋਂ ਸਟੇਟ ਦੇ ਖਿਲਾਫ ਨਹੀਂ ਭੁਗਤਿਆ। ਫਿਰ ਜਿਹੜਾ ਉਹਨੇ ਪਰਚਾ ਲਿਖਿਆ AK-40 ਐਂਟੀ-47, ਉਸ ਵਿੱਚ ਉਸਨੇ ਨਿਸ਼ਾਨਦੇਹੀ ਕੀਤੀ ਕਿਹੜੇ ਕਿਹੜੇ ਲੋਕ ਮੌਜੂਦਾ ਹਾਲਾਤ ਲਈ ਕਸੂਰਵਾਰ ਨੇ। ਸਭ ਤੋਂ ਪਹਿਲਾਂ ਉਸਨੇ ਗਾਂਧੀ ਤੋਂ ਸੂਈ ਧਰੀ ਕਿ ਗਾਂਧੀ ਜਿਹੜਾ ਹੈ ਹਿੰਦੂਤਵਾ ਲੈ ਕੇ ਆਇਆ ਪੋਲਿਟਿਕਸ 'ਚ। ਇਹ ਠੀਕ ਹੈ, ਉਸਨੇ ਅੱਗੇ ਜਾ ਕੇ ਖਾੜਕੂਆਂ ਨੂੰ ਵੀ ਬੜਾ ਕੁਛ ਕਿਹਾ, ਪਰ BJP ਕਾਂਗਰਸ ਕਿਸੇ ਨੂੰ ਨਹੀਂ ਬਖਸ਼ਿਆ ਉਸਨੇ। ਫਿਰ ਜਦੋਂ 88 'ਚ ਉਹਦਾ ਕਤਲ ਹੋਇਆ ਤਾਂ ਉਸ ਵੇਲੇ ਟਿਊਬਵੈਲ 'ਤੇ ਉਹ ਬੈਠਾ ਨਾ ਆ ਰਿਹਾ ਸੀਗਾ। ਕਿਹੜੀ ਸਿਕਿਉਰਿਟੀ ਸੀ ਉਹਦੇ ਕੋਲ? ਬਾਕੀ ਕਾਮਰੇਡਾਂ ਨੇ ਸਿਕਿਉਰਿਟੀਆਂ ਵੀ ਲਈਆਂ ਹੋਈਆਂ ਸੀਗੀਆਂ, ਉਹਦੇ ਕੋਲ ਤਾਂ ਕੋਈ ਸਿਕਿਉਰਿਟੀ ਵੀ ਨਹੀਂ ਸੀ, ਨਾ ਕੋਈ ਹਥਿਆਰ ਸੀ। ਔਰ ਉਹਨੇ ਵਾਪਸ ਜਾਣਾ ਸੀ ਕੈਲੀਫੋਰਨੀਆ ਜਦੋਂ ਕਤਲ ਉਹਦਾ ਹੋਇਆ। ਫਿਰ ਇਹ ਵੇਖੋ ਕਿ ਖਾਲਿਸਤਾਨ ਕਮਾਂਡੋ ਫੋਰਸ ਜਿਨ੍ਹਾਂ ਨੇ ਉਸ ਨੂੰ ਕਤਲ ਕੀਤਾ, ਉਹਨੇ ਜ਼ਿੰਮੇਵਾਰੀ ਵੀ ਲਈ। ਬਾਅਦ 'ਚ ਖਾਲਿਸਤਾਨ ਕਮਾਂਡੋ ਫੋਰਸ ਦੇ ਲਾਭ ਸਿੰਘ ਨੇ ਇੱਕ ਥਾਂ 'ਤੇ ਲਿਖਿਆ ਕਿ ਸਾਨੂੰ ਉਹਨਾਂ ਸਰਕਾਰੀ ਕਾਮਰੇਡਾਂ ਨੂੰ ਮਾਰਨ ਦਾ ਕੋਈ ਅਫਸੋਸ ਨਹੀਂ ਜਿਹੜੇ ਸਟੇਟ ਦੇ ਹੱਕ 'ਚ ਖੜੇ ਹੋਏ, ਪਰ ਸਾਨੂੰ ਇਹ ਸੋਚਣਾ ਪਊਗਾ ਕਿ ਕੀ ਅਸੀਂ ਪਾਸ਼ ਨੂੰ ਮਾਰ ਕੇ ਸਹੀ ਕੀਤਾ। ਲੋਕਾਂ ਦਾ ਕਵੀ ਸੀਗਾ, ਸਾਡੇ ਨਾਲ ਕਈ ਗੱਲਾਂ ਤੋਂ ਉਹਦੇ ਵਿਚਾਰ ਨਹੀਂ ਸੀ ਲੜਦੇ, ਪਰ ਸਥਾਪਿਤ ਦੇ ਖਿਲਾਫ ਭੁਗਤਿਆ। ਸਾਨੂੰ ਪਾਸ਼ ਨੂੰ, ਬਲਦੇਵ ਮਾਨ ਨੂੰ, ਜੈਮਲ ਪੱਡੇ ਨੂੰ ਨਹੀਂ ਸੀ ਮਾਰਨਾ ਚਾਹੀਦਾ। ਅਫਸੋਸ ਦੀ ਗੱਲ ਇਹ ਕਿ ਜਿਹੜੇ ਕਈ ਖੱਬੇ ਪੱਖੀ ਉਹਨਾਂ ਨੇ ਉਸ ਚਿੱਠੀ ਦੀ ਪ੍ਰਮਾਣਿਕਤਾ 'ਤੇ ਸਵਾਲ ਖੜੇ ਕਰਤੇ। ਕੁਝ ਖਾਲਿਸਤਾਨੀ ਅਜੇ ਵੀ ਕਹੀ ਜਾਂਦੇ ਪਾਸ਼ ਨਿੱਜੀ ਕਾਰਨਾਂ ਕਰਕੇ ਮਰਿਆ। ਜਿਹੜਾ ਸੰਵਾਦ ਹੋਣਾ ਚਾਹੀਦਾ ਸੀਗਾ ਉਹ ਨਾ ਹੋ ਸਕਿਆ। ਪਰ ਉਮੀਦ ਸਾਨੂੰ ਕਿੱਥੇ ਨਜ਼ਰ ਆਉਂਦੀ ਹੈ? ਢੀਦੋ ਗਿੱਲ ਜਿਹੜੇ ਭਣਵਈਏ ਨੇ ਪਾਸ਼ ਦੇ, ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਬੋਲੇ, ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਖਿਲਾਫ ਬੋਲੇ। ਸੋ ਕਿਧਰੇ ਨਾ ਕਿਧਰੇ ਗੁੰਜਾਇਸ਼ ਰਹੀ ਸੀ ਕਿ ਸਟੇਟ ਦੇ ਖਿਲਾਫ ਇਹ ਇਕੱਠੇ ਹੋ ਕੇ ਲੜਦੇ, ਕਿਉਂਕਿ ਨਕਸਲਵਾੜੀ ਲਹਿਰ 'ਚੋਂ ਹੀ ਕਈ ਬੰਦੇ ਖਾਲਿਸਤਾਨ ਲਹਿਰ 'ਚ ਵੀ ਗਏ। ਪਰ ਪਾਸ਼ ਨੂੰ ਉਹਨਾਂ ਲੋਕਾਂ ਲਈ ਭੰਨਣਾ ਜਿਹੜੇ ਬਾਕੀ ਦੇ ਕੁੱਲ ਮਿਲਾ ਕੇ ਲੈਫਟ ਵਾਲੇ ਸਰਕਾਰ ਦੇ ਗੜਵਈ ਬਣੇ ਹੋਏ ਸੀ, ਇਹ ਗੱਲ ਮੁਨਾਸਿਬ ਨਹੀਂ ਹੈ। ਕਿਧਰੇ ਨਾ ਕਿਧਰੇ ਉੱਥੇ ਸੰਵਾਦ ਜਿਹੜਾ ਹੈ ਟੁੱਟ ਗਿਆ। ਸੋ ਇਹ ਬਹੁਤ ਵੱਡਾ ਅਫਸੋਸ ਰਹੂਗਾ ਸਾਨੂੰ। ਪਰ ਮੈਂ ਜਿਹੜੀ ਮੁੱਕਦੀ ਗੱਲ ਇਹ ਕਹਿਣੀ ਚਾਹੁੰਦਾ ਕਿ ਪਾਸ਼ ਦੀਆਂ ਜਿਹੜੀਆਂ ਲਿਖਤਾਂ ਸਾਰੀਆਂ ਨੂੰ ਵੇਖ ਲਓ, ਉਹ ਸਟੇਟ ਦੇ ਖਿਲਾਫ ਭੁਗਤਿਆ। 88 'ਚ ਉਹਦਾ ਕਤਲ ਹੋਇਆ, ਮੂਵਮੈਂਟ ਤਾਂ ਚੱਲੀ 95 ਤੱਕ 92 ਤੱਕ। ਅਗਲੇ 4 ਸਾਲਾਂ ਵਿੱਚ ਕੀ ਪਤਾ ਪਾਸ਼ ਸਾਨੂੰ ਕੁਝ ਹੋਰ ਵੀ ਕਰਕੇ ਵਿਖਾਉਂਦਾ। ਕਵਿਤਾਵਾਂ ਦੇ ਰੂਪ 'ਚ ਤਾਂ ਉਹਨੇ ਸਿੱਧਾ ਸਾਬਿਤ ਕਰਦਾ ਕਿ ਮੈਂ ਸਟੇਟ ਦੇ ਖਿਲਾਫ ਹਾਂ ਔਰ ਮੈਂ ਇਹਨਾਂ ਗੱਲਾਂ ਨੂੰ ਲੈ ਕੇ ਖਾਲਿਸਤਾਨ ਨਾਲ ਸਹਿਮਤ ਨਹੀਂ ਹਾਂ। ਸੋ ਇਹਨਾਂ ਗੱਲਾਂ ਦਾ ਉਹਨੂੰ ਕ੍ਰੈਡਿਟ ਮਿਲਣਾ ਚਾਹੀਦਾ ਸੀ। ਮੈਂ ਇੱਕ ਗੱਲ ਜਿਹੜੀ ਤੁਸੀਂ ਜਿਵੇਂ ਗੱਲ ਕੀਤੀ, ਜਿਸ ਨੁਕਤੇ ਤੋਂ ਬੜਾ ਵਿਸਥਾਰ ਸਹਿਤ ਸਾਰੀ ਪੱਖਾਂ ਤੋਂ ਗੱਲ ਕੀਤੀ ਹੈ, ਅਸੀਂ ਸਾਹਿਤਕ ਪੱਖ 'ਤੇ ਵੀ ਆਵਾਂਗੇ, ਪਰ ਉਸ ਤੋਂ ਪਹਿਲਾਂ ਸਿਆਸੀ ਪਹਿਲੂਆਂ 'ਤੇ ਜਿਹੜੀ ਗੱਲ ਹੈ ਪਾਸ਼ ਦੀ, ਮੈਂ ਉਹ ਗੱਲ ਪਹਿਲਾਂ ਟੂਕ ਮਾਤਰ ਕੀਤੀ ਸੀ, ਉਹਨੂੰ ਥੋੜ੍ਹਾ ਵਿਸਥਾਰ ਦੇਣਾ ਚਾਹੁੰਦਾ ਕਿ ਜਦੋਂ ਨਿੱਜੀ ਵਿਰੋਧ ਜਾਂ ਨਿੱਜੀ ਰੰਜਿਸ਼ ਨੂੰ ਇੱਕ ਪਾਸੇ ਰੱਖ ਕੇ ਦੇਖਣਾ, ਜੇਕਰ ਉਹ ਸਿੱਖ ਖਾੜਕੂਵਾਦ ਦੀ ਲਹਿਰ ਦੇ ਵਿੱਚੋਂ ਵੀ ਹੋਣਾ ਚਾਹੀਦਾ ਸੀ, ਪਾਸ਼ ਵਾਲੇ ਪਾਸਿਓਂ ਮੈਂ ਦੇਖਦਾ ਕਿ ਅਮਰਜੀਤ ਚੰਦਨ ਨੇ ਇੱਕ ਚਿੱਠੀ ਜਿਹੜੀ ਹੈ ਪਰ
ਆਪਣੇ ਪੱਧਰ ਤੇ ਛਾਪੀ। ਜਿਸ ਚਿੱਠੀ ਦੇ ਵਿੱਚ ਉਹਨੇ ਕੀ ਜ਼ਿਕਰ ਕੀਤਾ, ਉਹ ਚਿੱਠੀ ਅਜੇ ਵੀ ਇੱਕ ਹਲਕਿਆਂ ਦੇ ਵਿੱਚ ਬਕਾਇਦਾ ਤੌਰ ਤੇ ਪਈ ਹੈ, ਜਿਸ ਨੂੰ ਹਵਾਲੇ ਦੇ ਤੌਰ ਤੇ ਦਿੱਤਾ ਜਾਂਦਾ ਹੈ ਕਿ ਪਾਸ਼ ਅਮਰੀਕਾ ਤੋਂ ਇਹ ਗੱਲ ਚੰਦਨ ਨੂੰ ਕਹਿੰਦਾ ਕਿ ਜਿਹੜੇ ਦਰਪਣ ਦੇ ਵਿੱਚ ਤੁਹਾਡੇ ਕੁਝ ਇੱਕ ਚੁਟਕਲੇ ਜਾਂ ਕਿਸੇ ਤਰ੍ਹਾਂ ਦੇ ਕਮੈਂਟ ਨਹੀਂ ਛਪ ਸਕਦੇ ਸਿੱਖ ਖਾੜਕੂਆਂ ਜਾਂ ਖਾਲਿਸਤਾਨੀਆਂ ਬਾਰੇ, ਉਹ ਮੈਨੂੰ ਭੇਜ ਤਾਂ ਕਿ ਮੈਂ ਇੱਥੇ ਪ੍ਰਕਾਸ਼ਿਤ ਕਰਾਂ, ਤਾਂ ਕਿ ਉਹ ਲੋਕਾਂ ਤੱਕ ਪਹੁੰਚਾਏ ਜਾਣ। ਥੱਲੇ ਉਹ ਬਕਾਇਦਾ ਉਹ ਵੇਰਵਾ ਦਿੰਦਾ। ਹੁਣ ਸਵਾਲ ਇਹ ਹੈ ਕਿ ਜੇਕਰ ਇਹ ਨਹੀਂ ਉਸਨੇ ਲਿਖਿਆ ਤਾਂ ਫਿਰ ਇਹ ਸ਼ਰਮਨਾਕ ਗੱਲ ਹੈ ਜੇ ਜਿਸ ਲੇਖਕ ਨੇ ਉਸ ਦਾ ਹਵਾਲਾ ਦਿੱਤਾ। ਜੇ ਉਸਨੇ ਲਿਖਿਆ ਤਾਂ ਇਹ ਉਸ ਦੀ ਬਹੁਤ ਵੱਡੀ ਗੁਸਤਾਖੀ ਹੈ ਕਿ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇੱਕ ਅਰਥਹੀਣਾ ਜਾਂ ਵਿਵਾਦ ਖੜਾ ਕਰਨਾ, ਉਹ ਇੱਕ ਨਵਾਂ ਦ੍ਰਿਸ਼ਟੀਕੋਣ ਪੇਸ਼ ਕਰਨਾ ਕਿ ਸਾਡੀ ਜਿਹੜੀ ਲਾਈਨ ਜਾਂ ਸਿੱਖ ਖੜਕੂਆਂ ਦੀ ਲਾਈਨ ਵੱਖਰੀ ਆਪਣੇ ਨੁਕਤੇ ਤੇ ਹੈ, ਧਾਰਮਿਕ ਨਜ਼ਰੀਏ ਤੋਂ ਵੱਖਰੀ ਹੋ ਸਕਦੀ ਹੈ, ਪਰ ਇਸ ਤਰ੍ਹਾਂ ਦੀ ਜਿਹੜੀ ਦਲੀਲ ਜਾਂ ਵਾਰਤਾ ਇਹ ਰਚਾਉਣੀ ਕਿੱਥੋਂ ਤੱਕ ਠੀਕ? ਗੁਰਜਰ ਸਿੰਘ ਜੀ, ਪਹਿਲੀ ਗੱਲ ਹੈ ਕਿ ਚੰਦਨ ਨੇ ਕੀ ਲਿਖਿਆ ਕੀ ਨਹੀਂ ਲਿਖਿਆ, ਚੰਦਨ ਉਹਦਾ ਜਵਾਬ ਆਪ ਦੇਵੇ। ਅਮਰਜੀਤ ਚੰਦਨ ਬਾਰੇ ਤਾਂ ਮੇਰੀ ਕੋਈ ਰਾਏ ਇਸ ਤਰ੍ਹਾਂ ਦੀ ਬੜੇ ਵੱਖਰੇ ਕਿਸਮ ਦੀ ਹੈ ਜੀ, ਮੈਂ ਉਹਨੂੰ ਪਾਸ਼ ਦੇ ਬਰਾਬਰ ਦਾ ਸਮਝਦਾ ਹੀ ਨਹੀਂਗਾ। ਪਹਿਲੀ ਗੱਲ, ਜਿਹੜੇ ਪਾਸ਼ ਦੇ ਨਾਲ ਜਿਹੜੀ ਜੁੰਡੀ ਤੁਰੀ ਫਿਰਦੀ ਸੀ, ਜਿਨ੍ਹਾਂ ਨੇ ਬੜਾ ਕੁਝ ਲਿਖਿਆ, ਇੱਕ ਪਾਸ਼ ਇਹ ਵੀ ਲਿਖਿਆ ਸ਼ਮਸ਼ੇਰ ਸੰਧੂ ਨੇ, ਤੇ ਉਸ ਕਿਤਾਬ ਵਿੱਚ ਵੀ ਕਿਤੇ ਨਾ ਕਿਤੇ ਕੁਝ ਸੰਵੇਦਨਸ਼ੀਲ ਜਿਹੜੇ ਸਵਾਲ ਨੇ ਉਹਨਾਂ ਨੂੰ ਮੁਖਾਤਬ ਨਹੀਂ ਉਹ ਹੋਇਆ। ਹੋਰ ਗੱਲਾਂ ਬੜੀਆਂ ਪਾਤੀਆਂ, ਇਸ਼ਕ ਮੁਸ਼ਕ ਦੀਆਂ, ਫਲਾਣਾ ਟਮਕਾਣਾ, ਉਹਨਾਂ ਗੱਲਾਂ ਦਾ ਕੀ ਮਤਲਬ ਸੀ? ਇਸੇ ਤਰੀਕੇ ਨਾਲ ਅਮਰਜੀਤ ਚੰਦਨ ਨੇ ਜੇ ਗੱਲ ਲਿਖੀ ਹੈ ਜਾਂ ਸਿੱਧ ਕਰੇ। ਅਮਰਜੀਤ ਚੰਦਨ ਦੇ ਉੱਤੇ ਆਪਣੇ ਤੇ ਸਵਾਲ ਉੱਠਦੇ ਨੇ ਕਿ ਉਹ ਉਸ ਮੂਵਮੈਂਟ ਨਾਲ ਕਿੰਨੇ ਕੁ ਠੋਸ ਤਰੀਕੇ ਨਾਲ ਖੜਾ ਰਿਹਾ, ਨਹੀਂ ਖੜਾ ਰਿਹਾ, ਕਈ ਥੜਕਵੇਂ ਸਟੈਂਡ ਉਹਨੇ ਲਏ ਆ। ਇਸੇ ਤਰੀਕੇ ਨਾਲ ਇੱਥੇ ਵੀ ਹੋਇਆ, ਜਦੋਂ ਪਾਸ਼ ਦੇ ਬਾਰੇ ਇੱਕ ਨਾਟਕ ਖੇਡਿਆ ਗਿਆ, ਖੇਤਾਂ ਦਾ ਪੁੱਤ, ਰਾਣੇ ਰਣਵੀਰ ਨੇ ਖੇਡਿਆ, ਬੜਾ ਵਧੀਆ ਨਾਟਕ ਸੀਗਾ, ਸੋਲੋ ਨਾਟਕ। ਉੱਥੇ ਜਿਹੜੇ ਆਪਣੇ ਇੱਥੋਂ ਦੇ ਇੱਕ ਬੜੇ ਵੱਡੇ ਕਵੀ ਵੀ ਨੇ ਤੇ ਪਾਸ਼ ਦੇ ਨਾਂ ਤੇ ਉਹਨਾਂ ਨੇ ਫਰੰਟ ਵੀ ਖੜਾ ਕੀਤਾ ਹੋਇਆ ਕੈਮਲੂਪਸ ਤੋਂ, ਸੁਰਿੰਦਰ ਧੰਜਲ, ਉਹਨਾਂ ਨੇ ਆ ਕੇ ਇੱਕ ਤਕਰੀਰ ਕਰਨੀ ਸ਼ੁਰੂ ਕਰਤੀ। ਉੱਥੇ ਉਹਨਾਂ ਨੂੰ ਫਰਲਾ ਫੜਾ ਦਿੱਤਾ ਗਿਆ ਕਿ ਖਾਲਿਸਤਾਨੀਆਂ ਬਾਰੇ ਕੁਝ ਨਹੀਂ ਕਹਿਣਾ। ਹੁਣ ਇਹੋ ਜਿਹੇ ਲੋਕ ਬੈਠੇ ਆ ਜਿਹੜੇ ਉਸ ਗੰਭੀਰ ਮੁੱਦੇ ਨੂੰ ਹੱਥ ਵੀ ਨਹੀਂ ਪਾਉਣਾ ਚਾਹੁੰਦੇ, ਸਹਿੰਦੀ ਜੀ ਗੱਲ ਕਰਨੀ ਚਾਹੁੰਦੇ ਆ। ਮੈਂ ਸਮਝਦਾ ਇਹ ਸਾਰੇ ਕਸੂਰਵਾਰ ਨੇ, ਸਾਰੇ ਜਵਾਬਦੇਹ ਨੇ। ਇਹਨਾਂ ਨੂੰ ਬਹਿ ਕੇ ਇਹ ਸੋਚਣਾ ਚਾਹੀਦਾ ਕਿ ਪਾਸ਼ ਦੀ ਤਸਵੀਰ ਅਸਲ 'ਚ ਕੀ ਹੈ, ਕਿੱਦਾਂ ਪੇਸ਼ ਕੀਤੀ ਜਾਣੀ ਚਾਹੀਦੀ ਹੈ, ਅੱਜ ਦੇ ਸਮੇਂ 'ਚ ਉਸ ਦੀ ਪ੍ਰਸੰਗਤਾ ਕੀ ਹੈ। ਇਹੋ ਜਿਹੇ ਸਵਾਲਾਂ 'ਤੇ ਸਾਨੂੰ ਸੰਵਾਦ ਕਰਨਾ ਚਾਹੀਦਾ। ਇਹ ਸਾਰੀਆਂ ਗੱਲਾਂ ਮੈਨੂੰ ਨਿਰਮੂਲ ਲੱਗਦੀਆਂ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਜਿਹੜੀ ਆਪਣੇ ਆਪ 'ਚ ਅੰਤਰ ਵਿਰੋਧ ਉੱਤੇ ਵੱਡਾ ਸਵਾਲ ਖੜਾ ਕਰਦੀ ਹੈ। ਇੱਕ ਪਾਸ਼ ਬਾਰੇ ਕਿਤਾਬ ਛਪੀ ਸੀ, ਉਸਦੇ ਸਾਰੇ ਵਾਰਦੇ ਕਵਿਤਾਵਾਂ ਦੇ ਬਾਰੇ, ਕਿ ਪਾਸ਼ ਇੱਕ ਸੂਰਤ ਸੀ। ਉਸਦੇ ਪਿਤਾ ਜੀ ਜਿਹੜੇ ਸਨ ਸੋਹਣ ਸਿੰਘ ਸੰਧੂ, ਉਹ ਵੀ ਉਸ ਪ੍ਰੋਜੈਕਟ ਵਿੱਚ ਸ਼ਾਮਲ ਸੀਗੇ। ਉਸ ਕਿਤਾਬ ਵਿੱਚ ਦੋ ਵਿਰੋਧਤਾ ਆਈਆਂ ਨੇ। ਪਾਸ਼ ਦਾ ਨਾਂ ਪਾਸ਼ ਕਿਵੇਂ ਪਿਆ? ਇੱਕ ਲੇਖਕ ਕਹਿ ਰਿਹਾ ਬੜੇ ਹੱਸ ਕੇ ਕਿ ਕੋਈ ਆਪਣੇ ਜ਼ਮਾਨੇ 'ਚ ਕਿਸੇ ਔਰਤ ਨੂੰ ਪਿਆਰ ਕਰਦਾ ਸੀ, ਉਸ ਦਾ ਨਾਮ ਪ੍ਰਕਾਸ਼ ਸੀਗਾ, ਉੱਥੋਂ ਪਾਸ਼ ਪੈ ਗਿਆ। ਔਰ ਉਹ ਬੜੀ ਠੋਕ ਕੇ ਕਹਿ ਰਿਹਾ ਕਿ ਮੈਨੂੰ ਉਹਨੇ ਗੱਲ ਦੱਸੀ ਸੀ। ਜਦੋਂ ਕਿ ਇੱਕ ਹੋਰ ਕਮੈਂਟੇਟਰ ਇਹ ਲਿਖ ਰਿਹਾ ਵੱਖਰੇ ਲੇਖ ਦੇ ਵਿੱਚ ਕਿ ਜਿਹੜਾ ਮਦਰ ਨਾਵਲ ਸੀਗਾ ਮੈਕਸਿਮ ਗੋਰਕੀ ਦਾ, ਮਾਂ, ਉਸ ਵਿੱਚ ਜਿਹੜਾ ਪਾਸ਼ਾ ਨਾਂ ਦਾ ਪਾਤਰ ਸੀ, ਉਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਆਪਣਾ ਨਾਂ ਪਾਸ਼ ਰੱਖਿਆ ਸੀ। ਕੋਈ ਇਹ ਨਾ ਸੋਚੇ ਕਿ ਮੈਂ ਪੱਖਪਾਤ ਕਰ ਰਿਹਾ, ਪਰ ਮੇਰਾ ਇਹ ਮੰਨਣਾ ਹੈ ਕਿ ਇਸ ਵਿੱਚ ਦਲੀਲ 'ਚ ਮੈਨੂੰ ਕਾਫੀ ਜਾਨ ਨਜ਼ਰ ਆਉਂਦੀ ਹੈ। ਕਿਉਂਕਿ ਜਿਸ ਤਰ੍ਹਾਂ ਦੀ ਕਲੈਕਸ਼ਨ ਸੀਗੀ ਕਿਤਾਬਾਂ ਦੀ ਉਹਦੇ ਕੋਲ, ਜਿਸ ਤਰ੍ਹਾਂ ਦਾ ਦੌਰ 'ਚੋਂ ਗੁਜ਼ਰਿਆ, ਪ੍ਰੀਤ ਲੜੀ ਜਦੋਂ ਪੜ੍ਹਦਾ ਹੁੰਦਾ ਸੀਗਾ, ਉਹਨੂੰ ਪੜ੍ਹ ਕੇ ਵੱਡਾ ਹੋਇਆ, ਇਹ ਗੱਲ ਮੰਨਣਯੋਗ ਲੱਗਦੀ ਹੈ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਕਿ ਤੁਹਾਡੇ ਪਿਤਾ ਜੀ ਕਿਤਾਬ ਛਾਪਦੇ ਹੋਣ, ਨਾਲ ਕੁਝ ਹੋਰ ਲੇਖਕ ਵਰਗ ਵਾਲੇ ਜੁੜੇ ਆ, ਕਿ ਸੰਪਾਦਨਾ ਤੁਸੀਂ ਕੀਤੇ ਬਿਨਾਂ ਦੋ ਇਹੋ ਜਿਹੇ ਲੇਖ ਪ੍ਰਕਾਸ਼ਿਤ ਕਰ ਰਹੇ ਹੋ ਇੱਕੋ ਪੁਸਤਕ ਵਿੱਚ। ਪਾਠਕ ਕੀ ਕਰੂਗਾ? ਪਾਠਕ ਤਾਂ ਭੁਲੇਖੇ 'ਚ ਪੈ ਗਿਆ। ਪਾਠਕ ਦਾ ਸਵਾਲ ਕਰੂਗਾ ਕਿ ਅਸੀਂ ਇਸ ਗੱਲ ਨੂੰ ਮੰਨੀਏ ਜਾਂ ਉਸ ਨੂੰ ਮੰਨੀਏ। ਤਾਂ ਕਸੂਰ ਕਿਹਦਾ ਹੋਇਆ? ਕਸੂਰ ਇਹਨਾਂ ਸਾਰਿਆਂ ਦਾ, ਜਿਹੜੇ ਅੱਜ ਜਿਉਂਦੇ ਨੇ ਇਤਿਹਾਸ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ ਥਾਂ ਤੇ ਆਪਣੀ ਇੰਟਰਪ੍ਰੀਟੇਸ਼ਨ 'ਤੇ ਜ਼ੋਰ ਦਿੱਤਾ ਹੋਇਆ। ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਰ ਕੀ ਰਹੇ ਆ। ਤੁਹਾਡੀ ਦਲੀਲ ਦੇ ਵਿੱਚੋਂ ਹੀ ਇੱਕ ਪੱਖ, ਇੱਕ ਅਜੀਬ ਕਿਸਮ ਦੀ ਜਿਹੜੀ ਵਿਵਾਦਪੂਰਨ ਗੱਲ, ਜਿਸ ਤਰ੍ਹਾਂ ਇਹੋ ਜਿਹੀ ਹੈ, ਜਾਂ ਖੁਦ ਉਹਨਾਂ ਦੇ ਆਪ ਪਿਤਾ ਜੀ ਉਹ ਵੀ ਉਸ ਸਾਰੇ ਹਾਲਾਤ ਨੂੰ ਵੇਖ ਰਹੇ ਨੇ। ਪਾਸ਼ ਦੇ ਮਰਨ ਤੋਂ ਬਾਅਦ ਦੀ ਘਟਨਾ, ਜਿਸ ਤਰ੍ਹਾਂ ਪਾਸ਼ ਦੇ ਯਾਦ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜਾ ਪੁਲਿਸ ਅਕੈਡਮੀ, ਉੱਥੇ ਲਾਇਬ੍ਰੇਰੀ ਬਣਾਈ ਗਈ। ਉਸ ਲਾਇਬ੍ਰੇਰੀ ਦਾ ਉਦਘਾਟਨ ਕਰਨ ਦੇ ਵਿੱਚ ਖੁਦ ਭਜਨ ਲਾਲ ਵੀ, ਈਵਨ ਪਰਿਵਾਰ ਦੇ ਮੈਂਬਰ, ਈਵਨ ਉਹਨਾਂ ਚੋਂ ਲੇਖਕ ਵੀ, ਈਵਨ ਉਹਨਾਂ ਦੇ ਮੈਂਬਰ ਪਿਤਾ ਜੀ ਤੇ ਬਾਕੀ ਖੜੇ ਨੇ। ਪਾਸ਼ ਹਕੂਮਤ ਦੇ ਖਿਲਾਫ ਲੜਦਾ ਰਿਹਾ। ਪਾਸ਼ ਦੀ ਯਾਦ ਦੇ ਵਿੱਚ ਪੁਲਿਸ ਲਾਈਨ, ਜਿੱਥੇ ਕਿ ਟੌਰਚਰ ਕੀਤਾ ਜਾਂਦਾ, ਜਿੱਥੇ ਚਾਹੇ ਨੈਕਸਲਾਈਟ ਆ ਤੇ ਚਾਹੇ ਖਾੜਕੂ ਜਾਂ ਕੋਈ ਹੋਰ ਸੰਘਰਸ਼ ਵਾਲਾ, ਉਹਦੇ ਤੇ ਤਸ਼ੱਦਦ ਕੀਤਾ ਜਾਂਦਾ, ਉਸ ਦੇ ਵਿੱਚ ਉਹਦੀ ਤਸਵੀਰ ਲਾ ਕੇ ਉਹਦੇ ਨਾਂ ਤੇ ਲਾਇਬ੍ਰੇਰੀ ਸਥਾਪਿਤ ਕਰਕੇ ਪੇਸ਼ ਕੀਤਾ ਜਾਂਦਾ ਕਿ ਅਸੀਂ ਤੇ ਪਾਸ਼ ਇੱਕ ਥਾਂ ਤੇ ਖੜੇ ਹਾਂ। ਉੱਥੇ ਜਿਨ੍ਹਾਂ ਦਾ ਫਰਜ਼ ਵਿਰੋਧ ਕਰਨ ਦਾ ਸੀ, ਉਹਨਾਂ ਨੇ ਉਸ ਸਮੇਂ ਮੂੰਹ ਬੰਦ ਕਰ ਲਿਆ। ਦੇਖੋ, ਇਹ ਤਾਂ ਬਹੁਤ ਵੱਡਾ ਅੰਤਰ ਵਿਰੋਧ ਸੀਗਾ। ਇਸ ਦਾ ਵਿਰੋਧ ਹੋਣਾ ਚਾਹੀਦਾ ਸੀ ਉਦੋਂ ਵੀ, ਅੱਜ ਵੀ ਜਿਹੜੇ ਲਿਖ ਰਹੇ ਨੇ ਠੋਕ ਕੇ ਉਸ 'ਤੇ ਲਿਖਣ।
कि ये बहुत माड़ी गल सीगी, क्योंकि ये गल्लां ठीक नहीं गईਆਂ। ਤੁਸੀਂ ਇੱਕ ਪਾਸੇ ਉਹਦਾ ਜਿਹੜਾ ਬਿੰਬ ਆ ਉੱਤੇ ਵੀ ਸਵਾਲੀਆ ਚਿੰਨ੍ਹ ਖੜਦੇ ਸ਼ੁਰੂ ਹੋ ਜਾਣਗੇ। ਉਹਦੇ ਲਈ ਕਸੂਰਵਾਰ ਕੌਣ ਆ? ਜਿਹੜੇ ਟੱਬਰ ਦੇ ਜਿਹੜੇ ਮੈਂਬਰ ਉੱਥੇ ਗਏ ਉਹ ਵੀ ਉਹਦੇ ਲਈ ਜਵਾਬਦੇਹ ਨੇ, ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਤੇ ਲੈਫਟਿਸਟ ਕਹਾਉਂਦੇ ਨੇ ਉਹ ਵੀ ਜਵਾਬਦੇਹ ਨੇ। ਪਰ ਇਹ ਬਿਲਕੁਲ ਉਵੇਂ ਹੀ ਹੈ ਗੁਰਵਿੰਦਰ ਸਿੰਘ ਜੀ। ਹੁਣ ਬੂਜਾ ਸਿੰਘ ਦੇ ਨਾਂ 'ਤੇ ਭਵਨ ਬਣਿਆ ਹੋਇਆ, ਕਿ ਸਾਰਾ ਕੁਝ ਬੂਜਾ ਸਿੰਘ ਦੀ ਸੋਚ ਅਨੁਸਾਰ ਹੋ ਰਿਹਾ। ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਜਨਸੰਘੀਏ ਸੱਦੇ ਜਾਂਦੇ ਆ, ਜਿੱਥੇ ਸਿੱਖਾਂ ਨੂੰ ਉੱਥੇ ਆਪਣੀ ਗੱਲ ਨਹੀਂ ਕਰਨ ਦਿੱਤੀ ਗਈ ਜਦੋਂ ਲਵਾਰਿਸ ਲਾਸ਼ਾਂ ਦਾ ਮਸਲਾ ਉੱਠਿਆ। ਉਸ ਤੋਂ ਵੱਡਾ ਅੰਤਰ ਵਿਰੋਧ ਕਿਹੜਾ ਹੋਊਗਾ? ਇਹਦੇ ਲਈ ਇਹ ਸਾਰੇ ਕਸੂਰਵਾਰ ਨੇ, ਸਾਰੇ ਜਵਾਬਦੇਹ ਨੇ। ਕਹਿਣਾ ਕੁਝ ਤੇ ਕਰਨਾ ਕੁਝ। ਸੱਚਾਈ ਹੈ। ਖਾਸ ਤੌਰ ਤੇ ਗੁਰਪ੍ਰੀਤ ਸਿੰਘ ਜੀ, ਜਿਹੜੇ ਪੱਖਾਂ ਨੂੰ ਤੁਸੀਂ ਵਿਸਤਾਰ 'ਚ ਪੋਲੀਟੀਕਲ ਐਂਗਲ ਤੋਂ ਤੇ ਸਾਹਿਤਕ ਦੋਨਾਂ ਪੱਖਾਂ ਤੋਂ ਵਿਚਾਰੇ, ਹਾਰਦਿਕ ਸ਼ੁਕਰੀਆ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਅਖੀਰ ਦੇ ਵਿੱਚ ਇੱਥੇ ਗੱਲਬਾਤ ਸਮਾਪਤ ਹੈ ਕਿ ਜਦੋਂ ਵੀ ਅਸੀਂ ਸੰਘਰਸ਼ ਦੇ ਦੌਰ ਦੀ ਗੱਲ ਕਰਦੇ ਹਾਂ, ਪਾਸ਼ ਜਿਹੜਾ ਕਿ ਮੂਵਮੈਂਟ ਜਿਹੜੀ ਹੈ ਅਗਾਂਹ ਵਧੂ, ਨੈਕਸਲਾਈਟ ਮੂਵਮੈਂਟ, ਉਸ ਵੇਲੇ ਦਾ ਕਵੀ, ਤੇ ਉਸ ਤੋਂ ਬਾਅਦ ਅੱਜ ਜਦੋਂ ਪਾਸ਼ ਦਾ ਜਨਮ ਦਿਨ ਹੈ, ਨਾਲੋਂ ਨਾਲ ਮੌਜੂਦਾ ਸਮੇਂ ਉਸ ਦੇ ਪੈਰੋਕਾਰ ਪੰਜਾਬੀ ਦੇ ਵਿੱਚ ਜਿਹੜੇ ਉਸ ਨੂੰ ਆਪਣਾ ਨਾਇਕ ਮੰਨਣ ਵਾਲੇ ਹੈ, ਉਹ ਅੱਜ ਜਿਹੜੀਆਂ ਕੁਰਸੀਆਂ 'ਤੇ ਵੀ ਬੈਠੇ ਆ, ਜੋ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਪਦਮ ਸ਼੍ਰੀ ਜਾਂ ਵੱਡੇ ਵੱਡੇ ਪੁਰਸਕਾਰਾਂ ਜਾਂ ਅਵਾਰਡਾਂ ਦੇ ਰਾਹੀਂ ਅਸੀਂ ਵਿਚਰ ਤਾਂ ਰਹੇ ਹਾਂ, ਅਸੀਂ ਹਵਾਲੇ ਤਾਂ ਦਿੰਦੇ ਹਾਂ। ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਜਿਹੜੇ ਮਾਨ ਸਨਮਾਨ ਜਾਂ ਜਿਸ ਤਰ੍ਹਾਂ ਦੇ ਨਾਵਾਂ ਦੀ ਜਾਂ ਪ੍ਰਚਾਰਾਂ ਦੀ ਚਰਚਾ ਚੱਲ ਰਹੀ ਹੈ, ਉਹ ਹਕੂਮਤ ਤੇ ਜਿਹੜੀ ਹੈ ਸੰਘਰਸ਼ਸ਼ੀਲ ਧਿਰ ਕਿ ਕਿਤੇ ਨਾ ਕਿਤੇ ਆਪਸ ਵਿੱਚ ਟਕਰਾਓ 'ਚ ਹੈ ਜਾਂ ਨਹੀਂ। ਅੱਜ ਜੇ ਪੰਜਾਬੀ ਬੋਲੀ ਦੇ ਤਿਰਸਕਾਰ ਦੀ ਗੱਲ ਚੱਲ ਰਹੀ ਹੈ, ਇੱਥੇ ਵੀ ਪੰਜਾਬ ਦੀ ਜਿਹੜੀ ਅਗਾਂਹ ਵਧੂ ਜਾਂ ਸਿੱਖਾਂ ਦੀ ਗੱਲ ਕਰਨ ਵਾਲੀ, ਪੰਜਾਬੀ ਬੋਲੀ ਦੀ ਗੱਲ ਕਰਨ ਵਾਲੀ ਪਾਰਟੀ, ਖਾਸ ਤੌਰ 'ਤੇ ਅਕਾਲੀ ਦਲ, ਉਹ ਕੀ ਆਪਣੀ ਅਲਾਇੰਸ ਕੇਂਦਰ ਦੇ ਵਿੱਚ ਬੀਜੇਪੀ ਦੇ ਇਸ ਮੁੱਦੇ ਦੇ ਉੱਪਰ ਇਹ ਜੋ ਹਾਲਾਤ ਬਣੇ ਨੇ, ਜਾਂ ਹਰਿਆਣੇ ਦੇ ਵਿੱਚ ਪੰਜਾਬੀ ਦਾ ਦਰਜਾ ਗਵਾਇਆ ਗਿਆ ਜਾਂ ਜੰਮੂ ਕਸ਼ਮੀਰ ਦੇ ਵਿੱਚ ਗਵਾਇਆ ਗਿਆ, ਕੀ ਉਸ ਦਾ ਰੋਲ ਰਿਹਾ? ਤੇ ਜੇ ਉਸ ਤੋਂ ਬਿਨਾਂ ਪੁੱਛੇ ਐਸਾ ਕੀਤਾ ਗਿਆ ਕਿ ਉਸ ਦੇ ਖਿਲਾਫ ਉਸਨੇ ਝੰਡਾ ਬੁਲੰਦ ਕਰਕੇ ਫੈਸਲਾ ਕੀਤਾ ਕਿ ਅਸੀਂ ਆਪਣਾ ਅਲਾਇੰਸ ਜਿਹੜਾ ਇਹ ਵੱਖਰਾ ਕਰਦੇ ਹਾਂ, ਜਾਂ ਫਿਰ ਨੌ ਤੇ ਮਾਸ ਦਾ ਰਿਸ਼ਤਾ ਇਸੇ ਤਰ੍ਹਾਂ ਕਾਇਮ ਹੈ? ਇਹਨਾਂ ਸਵਾਲਾਂ ਨੂੰ ਵਿਚਾਰਨਾ ਅੱਜ ਸਾਡਾ ਫਰਜ਼ ਬਣਦਾ ਹੈ। ਮਾਂ ਬੋਲੀ ਪੰਜਾਬੀ ਦੇ ਪ੍ਰਸੰਗ 'ਚ ਤਾਂ ਇਹ ਹੈ ਕਿ ਪੰਜਾਬੀ ਬੋਲੀ ਦੇ ਰਾਹੀਂ ਸਾਡਾ ਮੀਡੀਆ, ਸਾਡੀ ਹੋਂਦ ਹੈ। ਅਸੀਂ ਦੇਸ਼ ਵਿਦੇਸ਼ ਦੇ ਵਿੱਚ ਜੇ ਗੱਲਬਾਤ ਕਰਦੇ ਹਾਂ ਤਾਂ ਉਸ ਦਾ ਹੀ ਦਿੱਤਾ ਖਾ ਰਹੇ ਹਾਂ। ਤੇ ਜਿਹੜੇ ਗਾਇਕ ਕਲਾਕਾਰ ਮਾਂ ਤੇ ਮਾਸੀ ਦਾ ਇਹੋ ਜਿਹਾ ਇੱਕ ਨਵਾਂ ਜਿਹੜਾ ਵਾਰਤਾ ਖੜੀ ਕਰਕੇ ਇੱਕ ਐਸੀ ਘਟੀਆ ਸੋਚ ਦਾ ਪ੍ਰਦਰਸ਼ਨ ਕਰ ਰਹੇ ਨੇ, ਅਸਲ 'ਚ ਪੰਜਾਬੀ ਮਾਂ ਬੋਲੀ ਦੇ ਸਭ ਤੋਂ ਵੱਡੇ ਕਪੂਤ ਉਹ ਲੋਕ ਕਹੇ ਜਾ ਸਕਦੇ ਨੇ ਜਿਨ੍ਹਾਂ ਨੇ ਪੰਜਾਬੀ ਦਾ ਖਾਧਾ, ਪੰਜਾਬੀ ਦੇ ਥਾਂ ਤੇ ਬਣੇ, ਪੰਜਾਬੀ ਦੀ ਕਮਾਈ ਦੇ ਨਾਲ ਆਪਣੇ ਵੱਡੇ ਵੱਡੇ ਮਹਿਲ ਉਸਾਰੇ, ਤੇ ਅਖੀਰ ਦੇ ਵਿੱਚ ਮਾਂ ਦੇ ਪੁੱਤ ਨਾ ਨਿਕਲ ਕੇ ਕੁਪੁੱਤ ਬਣ ਗਏ। ਸੋ ਆਓ ਪੁੱਤ ਬਣੀਏ, ਕੁਪੁੱਤ ਨਾ ਬਣੀਏ। ਬਹੁਤ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।